देखो जे चीज़ का कनकलूजन नहीं निकले तो सुसाइड साडे लई आखिरी ऑप्शन है क्योंकि ਲੱਖਾਂ ਰੁਪਈਆ ਕਿਸੇ ਨੇ ਘਰ ਦੇ ਗਹਿਣੇ ਵੇਚੇ, ਕਿਸੇ ਨੇ ਪ੍ਰਾਪਰਟੀ ਵੇਚੀ, ਕਿਸੇ ਨੇ ਕੁਝ ਵੇਚਿਆ ਸਿਰਫ ਇਸ ਕਰਕੇ ਕਿ ਸਾਡਾ ਜਿਹੜਾ ਭਵਿੱਖ ਆ ਉਹ ਢੰਗ ਨਾਲ ਵਧੀਆ ਤਰੀਕੇ ਨਾਲ ਬਤੀਤ ਹੋ ਜੇ। ਹੁਣ ਸਟ੍ਰੈਸ ਇੰਨਾ ਜ਼ਿਆਦਾ ਹੋ ਗਿਆ ਕਿ ਉਹਨਾਂ ਦੀ ਸਾਰੀ ਖੂਨ ਪਸੀਨੇ ਦੀ ਕਮਾਈ ਉੱਤੇ ਫਸ ਗਈ। ਉਰੋਂ ਦੇ ਕਿਹੜੇ ਇੰਸਟੀਚਿਊਟ ਨੇ ਉਹ ਵਿਦਿਆਰਥੀਆਂ ਨੂੰ ਦੱਸਦੇ ਨਹੀਂ ਹੈਗੇ ਵੀ ਆਹ 3 ਕਾਲਜ ਪਹਿਲਾਂ ਵੀ ਦੀਵਾਲੀਆ ਘੋਸ਼ਿਤ ਹੋ ਚੁੱਕੇ ਨੇ ਵੀ ਤੁਸੀਂ ਇਹਨਾਂ 'ਚ ਐਡਮਿਸ਼ਨ ਨਾ ਲਓ। ਮਤਲਬ ਸਭ ਨੇ ਰਲ ਮਿਲ ਕੇ ਇੱਕ ਸਕੈਮ ਕੀਤਾ ਵੀ ਕੋਈ ਗੱਲ ਨਹੀਂ, ਮਤਲਬ ਪੰਜਾਬੀ 'ਚ ਇੱਕ ਕਹਾਵਤ ਹੁੰਦੀ ਹੈ ਵੀ ਇੱਕ ਵਾਰੀ ਸੁਹਾਗਣ ਗਾਇਦੀ ਭਾਵੇਂ ਜਾਂਦੀ ਰੰਡੀ ਹੋ ਜੇ, ਉਹ ਕੰਮ ਹੋ ਗਿਆ ਜੀ। ਫਾਈਲ ਲਗਾਉਣ ਤੋਂ ਬਾਅਦ 1.5 ਸਾਲ ਦੇ ਬਾਅਦ ਜਿਹੜੇ ਡਿਸੀਜਨ ਆਏ 99% ਰਿਫਿਊਜ਼ਲਸ ਆ ਕਿ ਕੈਨੇਡਾ ਦੇ 3 ਕਾਲਜ ਇਹਨਾਂ ਨਾਲ ਠੱਗੀ ਮਾਰ ਗਈ ਔਰ ਆਪਣੇ ਆਪ ਨੂੰ ਬੈਂਕਰਪਟ ਡਿਕਲੇਅਰ ਕਰਤਾ ਉਹਨਾਂ ਨੇ। 60 lakhs in dollars ਜਿਹੜੀ ਫਸੀ ਹੋਈ ਹੈ 60.4 ਲੱਖ ਡਾਲਰ ਜੋ ਹਮਾਰੇ ਉਹਨਾਂ ਨੇ ਰਿਫੰਡ ਕਰਨੇ ਹੈ। देखो हम असीं बहुत ज़्यादा स्ट्रैस दे विच चल रहे हैं। देखो मैं एक सच्ची गल दसां तो मैं अपने पेरेंट्स को नहीं दस्सिया सी इस चीज़ बारे। ਤੇ ਅੱਜ ਜਿਹੜਾ ਸਾਡਾ ਪ੍ਰੋਟੈਸਟ ਹੈ ਮੌਂਟਰੀਅਲ ਦੇ ਅੰਦਰ ਵੀ ਆ, ਜਿਹੜੇ ਸਟੂਡੈਂਟ ਇੱਥੇ ਰਿਫਿਊਜ਼ਲਸ ਲੈ ਗਏ ਜਾਂ ਅਪਰੂਵਲ ਲੈ ਕੇ ਵੀ ਬੈਠੇ ਆ, ਉਹਨਾਂ ਨੂੰ ਵੀ ਹੁਣ ਆਪਣਾ ਮਤਲਬ ਫਿਊਚਰ ਦਿਖਦਾ ਨਹੀਂ ਪਿਆ ਕਿ ਸਾਡੇ ਪੈਸੇ ਮੁੜਨਗੇ ਵੀ ਜਾਂ ਕਿ ਨਹੀਂ ਮੁੜਨਗੇ। ਘਰ ਦਾ ਗੁਜ਼ਾਰਾ ਚੰਗਾ ਚਲਾਉਣ ਵਾਸਤੇ, ਕਿਉਂਕਿ ਇੱਥੇ ਨਾ ਕੋਈ ਰੁਜ਼ਗਾਰ ਨਾ ਕੋਈ ਖੇਤੀ ਢੰਗ ਨਾਲ ਚੱਲ ਰਹੀ ਹੈਗੀ ਆ। ਬਹੁਤ ਵੱਡਾ ਫਰਾਡ ਹੋਇਆ ਕਿ ਜਦੋਂ ਕਾਲਜ ਬੈਂਕਰਪਟ ਡਿਕਲੇਅਰ ਹੋ ਗਿਆ ਤਾਂ ਇਹਨਾਂ ਦੀ ਫੀਸ 1 ਮਹੀਨੇ 'ਚ ਵਾਪਸ ਕੀਤੀ ਜਾਣੀ ਚਾਹੀਦੀ ਸੀ, ਉਹ ਨਹੀਂ ਕੀਤੀ ਜਾ ਰਹੀ। ਬਹੁਤ ਧਿਆਨਿਆਂ ਨੇ ਜ਼ਮੀਨਾਂ ਗਹਿਣੇ ਕਰੀਆਂ ਹੋਈਆਂ ਨੇ, ਮੈਂ ਵੀ ਉਹਨਾਂ 'ਚ ਇੱਕ ਹੈਗਾ। ਤਾਂ ਦੇਖ ਲਓ ਤੁਸੀਂ ਵੀ ਇੱਕ ਤਾਂ ਇੰਟਰਸਟ ਪੇ ਕਰ ਰਹੇ ਹਾਂ ਅਸੀਂ, ਠੀਕ ਹੈ ਜੀ, ਤੇ ਬਾਕੀ ਜਿਹੜਾ ਸਟ੍ਰੈਸ ਨਾਲ ਜੂਝ ਰਹੇ ਉਹ ਡਿਫਰੈਂਟ ਗੱਲ ਹੈਗੀ। ਪੰਜਾਬ ਦੇ ਨੌਜਵਾਨ ਚੰਗੇ ਭਵਿੱਖ ਦੇ ਲਈ ਵਿਦੇਸ਼ਾਂ ਦੇ ਵੱਲ ਰੁਖ ਕਰਦੇ ਹਨ ਤੇ ਖਾਸ ਕਰਕੇ ਉਹਨਾਂ ਦਾ ਰੁਝਾਨ ਕੈਨੇਡਾ ਦੇ ਵੱਲ ਹੁੰਦਾ ਹੈ। ਤੇ ਅੱਜ ਅਸੀਂ ਪੰਜਾਬ ਯੂਨੀਵਰਸਿਟੀ ਦੇ ਵਿੱਚ ਹਾਂ ਤੇ ਇੱਥੇ ਕੁਝ ਸਟੂਡੈਂਟਸ ਨੇ ਜਿਨ੍ਹਾਂ ਨੇ ਕੈਨੇਡਾ ਦੇ 3 ਕਾਲਜਸ ਦੇ ਵਿੱਚ ਪੜ੍ਹਾਈ ਦੇ ਲਈ ਅਪਲਾਈ ਕੀਤਾ ਸੀ, ਪਰ ਉਹਨਾਂ ਕਾਲਜਸ ਵੱਲੋਂ ਇਹਨਾਂ ਸਟੂਡੈਂਟਸ ਦੇ ਨਾਲ ਫਰੋਡ ਕਰ ਦਿੱਤਾ ਗਿਆ। ਅੱਜ ਅਸੀਂ ਇਹਨਾਂ ਵਿਦਿਆਰਥੀਆਂ ਦੇ ਨਾਲ ਗੱਲਬਾਤ ਕਰਾਂਗੇ ਤੇ ਜਾਣਾਂਗੇ ਕਿ ਆਖਿਰ ਉਹਨਾਂ ਦੇ ਨਾਲ ਇਹ ਕਿਉਂ ਹੋ ਗਿਆ। ਜੀ ਸਤਿ ਸ਼੍ਰੀ ਅਕਾਲ ਜੀ। ਮੁੱਦਾ ਜਾਣਨਾ ਚਾਹਾਂਗੇ ਜਿਸ ਕਰਕੇ ਇਹ ਸਾਰੇ ਸਭ ਤੁਸੀਂ ਇਕੱਠੇ ਹੋਵੋਗੇ। ਐਕਚੁਅਲੀ ਮੈਮ ਜਿਹੜੇ ਆਪਣੇ ਇੰਡੀਅਨ ਸਟੂਡੈਂਟਸ ਨੇ, ਜਿੱਦਾਂ ਤੁਹਾਨੂੰ ਪਤਾ ਕਿ ਕੈਨੇਡਾ ਲਈ ਸਟੱਡੀ ਵੀਜ਼ਾ ਵਾਸਤੇ ਜਾਂਦੇ ਨੇ, ਉਹਨਾਂ ਦੀ ਮਤਲਬ ਫੇਵਰੇਟ ਡੈਸਟੀਨੇਸ਼ਨ ਹੈਗੀ ਸਟੱਡੀ ਵਾਸਤੇ। ਤਾਂ ਕਿਊਬੈਕ ਦੇ 3 ਕਾਲਜਸ ਜਿਹੜੇ ਐਮ ਕਾਲਜ, ਆਪਣਾ CD ਤੇ CCSQ ਹੈਗੇ, ਜਿਨ੍ਹਾਂ ਦਾ ਆਨਰ ਇੱਕ ਹੀ ਹੈ, ਉਹਨਾਂ ਕਾਲਜਸ 'ਚ ਇਹਨਾਂ ਨੇ ਆਪਣੀ ਸਟੱਡੀ ਵੀਜ਼ਾ ਐਪਲੀਕੇਸ਼ਨ ਫਾਈਲ ਸਟੂਡੈਂਟਸ ਨੇ ਲਗਾਈ ਸੀਗੀ। ਤੇ ਜਿਹੜੇ ਕਿ ਫਾਈਲ ਲਗਾਉਣ ਤੋਂ ਬਾਅਦ 1.5 ਸਾਲ ਦੇ ਬਾਅਦ ਜਿਹੜੇ ਡਿਸੀਜਨ ਆਏ 99% ਰਿਫਿਊਜ਼ਲਸ ਆ। ਰਿਫਿਊਜ਼ਲਸ ਤੋਂ ਬਾਅਦ ਜਿਹੜਾ ਇੱਕ ਪ੍ਰੋਸੀਜਰ ਹੁੰਦਾ ਕਿ ਅਸੀਂ ਰਿਫੰਡ ਲਈ, ਫੀਸ ਰਿਫੰਡ ਲਈ ਅਪਲਾਈ ਕਰਦੇ ਹਾਂ, ਜਿਹੜਾ ਵਿਦਿਨ 1 ਮੰਥ ਆਉਣਾ ਹੁੰਦਾ ਐਜ਼ ਪਰ ਦਾ ਲਾਅ। ਬਟ ਉਹ ਰਿਫੰਡ ਨੂੰ ਵੇਟ ਕਰਦੇ ਕਰਦੇ ਹੁਣ 8-9 ਮਹੀਨੇ ਹੋ ਗਏ, ਇੱਕ ਤਾਂ ਉਹ ਰਿਫੰਡ ਨਹੀਂ ਆਇਆ। ਮੋਸਟਲੀ 17 ਜਨ ਤੋਂ ਪਹਿਲਾਂ, ਮਤਲਬ 10 ਜਨਵਰੀ ਜਦੋਂ ਇਹਨਾਂ ਦੀ ਵਿੰਟਰ ਬ੍ਰੇਕ ਖਤਮ ਹੋਈ ਸੀਗੀ ਕਾਲਜਸ ਵਗੈਰਾ ਦੀ ਉੱਥੇ, ਉਸ ਤੋਂ ਬਾਅਦ ਇਹਨਾਂ ਨੇ ਜਿਹੜਾ ਆਨਰ ਹੈ ਇਹਨੇ ਡਿਕਲੇਅਰ ਕਰਤਾ ਸੀਗਾ ਕਿ ਮੈਂ ਬੈਂਕਰਪਟ ਹਾਂ, ਮੇਰੇ ਕੋਲ ਕੋਈ ਪੈਸਾ ਨਹੀਂ ਹੈਗਾ, ਨਾ ਮੈਂ ਕਾਲਜਸ ਰਨ ਕਰ ਸਕਦਾ ਤੇ ਨਾ ਹੀ ਤੁਹਾਨੂੰ ਰਿਫੰਡ ਦੇ ਸਕਦਾ ਹਾਂ। ਯੂਨੀਵਰਸਿਟੀਆਂ ਹਾਂਜੀ 3 ਜਿਹੜੇ ਕਾਲਜਸ ਹੈਗੇ ਆ। ਹਾਂਜੀ ਤੇ ਉਸ ਤੋਂ ਬਾਅਦ ਫਿਰ ਹੁਣ ਜਿਹੜੇ ਆਲਰੇਡੀ ਮੌਂਟਰੀਅਲ ਵੀ ਬੈਠੇ ਸਟੂਡੈਂਟ ਜਿਨ੍ਹਾਂ ਦੀ ਸਟੱਡੀ ਫਿਨਿਸ਼ ਹੋਣ ਵਾਲੀ ਹੈ, ਜਿਹੜੇ ਜਸਟ ਪਹੁੰਚੇ ਆ ਵੀਜ਼ਾ ਅਪਰੂਵ ਹੋਣ ਤੋਂ ਬਾਅਦ, ਜਿਨ੍ਹਾਂ ਦੀ ਹਲੇ ਸਟਾਰਟ ਵੀ ਨਹੀਂ ਹੋਈ ਹੈ, ਜਿਨ੍ਹਾਂ ਦੀ ਹਲੇ 1-2 ਮਹੀਨੇ ਦੀ ਹੋਈ ਹੈ, ਉਹ ਵੀ ਉੱਥੇ ਹੁਣ ਮਤਲਬ ਇੱਕ ਤਰ੍ਹਾਂ ਨੇਰੇ 'ਚ ਹੀ ਹੈਗੇ ਕਿ ਫਿਊਚਰ ਕੀ ਬਣਨਾ। ਔਰ ਜਿਹੜੇ ਸਟੂਡੈਂਟ ਇੱਥੇ ਰਿਫਿਊਜ਼ਲਸ ਲੈ ਗਏ ਜਾਂ ਅਪਰੂਵਲ ਲੈ ਕੇ ਵੀ ਬੈਠੇ ਆ, ਉਹਨਾਂ ਨੂੰ ਵੀ ਹੁਣ ਆਪਣਾ ਮਤਲਬ ਫਿਊਚਰ ਦਿਖਦਾ ਨਹੀਂ ਪਿਆ ਕਿ ਸਾਡੇ ਪੈਸੇ ਮੁੜਨਗੇ ਵੀ ਜਾਂ ਕਿ ਨਹੀਂ ਮੁੜਨਗੇ। ਕੋਈ ਕਦਮ ਚੁੱਕੇ ਤੁਸੀਂ ਕੋਈ ਇਹ ਫਸਟ ਸਟੈਪ ਹੈ ਅੱਜ ਦਾ ਜਿਹੜਾ ਹੈਗਾ, ਇਹ ਫਸਟ ਸਟੈਪ ਹੈ ਸਾਡੇ। ਮਤਲਬ ਇਸ ਵਿੱਚ ਤੁਹਾਨੂੰ ਪਤਾ ਹੈ ਕਿ ਸਭ ਦੇ ਪੇਰੈਂਟਸ ਦੀ ਕੋਈ ਨਾ ਕੋਈ ਇੰਡੀਆ ਦੇ ਅੰਦਰ ਹੈਲਥ ਡਿਸੀਜ਼ਸ ਹੋ ਜਾਂਦੀਆਂ ਨੇ, ਲਾਈਕ ਜਿਸ ਡਾਇਬਟੀਜ਼ ਦੇ ਪੇਸ਼ੈਂਟ ਹੋ ਜਾਂਦੇ ਨੇ ਪੇਰੈਂਟਸ। ਹੁਣ ਸਟ੍ਰੈਸ ਇੰਨਾ ਜ਼ਿਆਦਾ ਹੋ ਗਿਆ ਕਿ ਉਹਨਾਂ ਦੀ ਸਾਰੀ ਖੂਨ ਪਸੀਨੇ ਦੀ ਕਮਾਈ ਉੱਤੇ ਫਸ ਗਈ, ਜਿੰਨਾ ਕਰਕੇ ਉਹ ਮੇਬੀ ਕੁਝ ਬੱਚੇ ਮਿਸ ਹੈਪਨਿੰਗ ਦੇ ਜਿਹੜੇ ਆਈਡੀਆਜ਼ ਉਹਨਾਂ ਦੇ ਦਿਮਾਗ 'ਚ ਆਉਣ ਲੱਗ ਗਏ। ਅਸੀਂ ਇਸ ਚੀਜ਼ ਨੂੰ ਰੋਕਣ ਲਈ ਤੇ ਸਾਡੇ ਪੈਸੇ ਜਿਹੜੇ ਸਭ ਵਾਪਸ ਮੰਗਾਉਣ ਲਈ ਅਸੀਂ ਇਹ ਇਕੱਠੇ ਹੋਏ ਹਾਂ ਅੱਜ। ਇਹ ਸਾਡਾ ਫਸਟ ਸਟੈਪ ਹੈ ਕਿ ਜਾਗਰੂਕ ਕਰੀਏ ਜਿਹੜੇ ਸਟੂਡੈਂਟਸ ਤੱਕ ਇਹ ਗੱਲ ਨਹੀਂ ਪਹੁੰਚੀ। ਸਾਡੇ ਕੋਲ ਸਿਰਫ 200-250 ਬੱਚਿਆਂ ਦਾ ਡਾਟਾ ਹੈ ਤੇ ਟੋਟਲ ਸਟੂਡੈਂਟਸ ਜਿਹੜੇ ਇੰਡੀਆ 'ਚ ਫਸੇ ਹੋਏ ਨੇ 633 ਸਟੂਡੈਂਟਸ ਨੇ। ਕਿੰਨੀ ਕੋ ਅਮਾਊਂਟ ਹੈ ਜਿਹੜੀ ਹੈ ਉਹ ਜੇ ਮੈਂ ਕਹਾਂ ਤਾਂ 60 lakhs in dollars ਜਿਹੜੀ ਫਸੀ ਹੋਈ ਹੈ। 60.4 ਲੱਖ ਡਾਲਰ ਜੋ ਹਮਾਰੇ ਉਹਨਾਂ ਨੇ ਰਿਫੰਡ ਕਰਨੇ ਹੈ, ਮਿਲੀਅਨਸ ਨੇ। ਕਿੰਨੇ ਕੋ ਸਟੂਡੈਂਟਸ ਹੈਗੇ ਇੰਡੀਆ ਦੇ ਆਪਣੇ? 633 ਸਟੂਡੈਂਟਸ ਨੇ। ਤੇ ਪੰਜਾਬ ਦੇ ਮੋਸਟਲੀ ਪੰਜਾਬ ਤੋਂ ਹੀ ਬਿਲੋਂਗ ਕਰਦੇ ਨੇ। 90% ਬਿਲੋਂਗ ਪੰਜਾਬ ਤੋਂ ਕਰਦੇ ਨੇ, ਜਾਂ ਜਿਹੜੇ ਮੇਰੇ ਵਰਗੇ ਨੇ ਜਿਹੜੇ ਅਲੱਗ ਸਟੇਟਾਂ ਤੋਂ ਨੇ ਉਹ ਹੋ ਗਏ। ਓਕੇ, ਤੇ ਕਿੱਦਾਂ ਵੀ ਹੁਣ ਜਿਹੜੇ ਸਟੂਡੈਂਟਸ ਲਈ ਜੇ ਤੁਸੀਂ ਇਹ ਕਦਮ ਚੁੱਕਿਆ ਤਾਂ ਸਟੂਡੈਂਟਸ ਦਾ ਇਸ ਬਾਰੇ ਕੀ ਕਹਿਣਾ ਜਿਹੜੇ ਤੁਹਾਡੇ ਨਾਲ ਖੜੇ ਨੇ? ਅੱਜ ਇਹ ਸਾਰੇ ਇਸ਼ੂ ਤੇ ਜਿੰਨੇ ਵੀ ਪੀੜਤ ਸਟੂਡੈਂਟ ਆ ਉਹ ਯੂਨੀਵਰਸਿਟੀ ਦੇ ਵਿੱਚ ਇਕੱਠੇ ਹੋਏ ਆ ਤੇ ਇਹਨਾਂ ਨੇ ਬਹੁਤ ਸਾਰੀਆਂ ਆਰਗੇਨਾਈਜੇਸ਼ਨ ਨੂੰ ਕਾਲ ਕੀਤੀ ਸੀਗੀ। ਅਸੀਂ ਨੌਜਵਾਨ ਭਾਰਤ ਸਭਾ ਵੱਲੋਂ, ਪੰਜਾਬ ਸਟੂਡੈਂਟ ਯੂਨੀਅਨ ਵੱਲੋਂ ਆਏ ਆ,
PSU ਲਲਕਾਰ ਵਾਲੇ ਸਾਥੀ ਹੈਗੇ, ਬਾਕੀ ਹੋਰ तमाम ਯੂਨੀਵਰਸਿਟੀ ਦੀਆਂ ਸਟੂਡੈਂਟ ਯੂਨੀਅਨ ਅੱਜ ਇਹਨਾਂ ਦੀ ਸਪੋਰਟ ਤੇ ਆਏ ਆ। ਅੱਜ ਅਸੀਂ ਇਹ ਨਿਰਣਾ ਕਰ ਰਹੇ ਹਾਂ ਕਿ ਬਹੁਤ ਵੱਡਾ ਫਰਾਡ ਹੋਇਆ। ਬੇਸਿਕਲੀ ਇਹ ਕੋਈ ਪੜ੍ਹਾਈ ਵਾਸਤੇ ਨਹੀਂ, ਰੁਜ਼ਗਾਰ ਵਾਸਤੇ ਜਾ ਰਹੇ ਸੀ, ਟੂ ਬੀ ਵੈਰੀ ਫਰੈਂਕ। ਇਹਨਾਂ ਨੂੰ ਵੀ ਪਤਾ ਘਰ ਦਾ ਗੁਜ਼ਾਰਾ ਚੰਗਾ ਚਲਾਉਣ ਵਾਸਤੇ, ਕਿਉਂਕਿ ਇੱਧਰ ਨਾ ਕੋਈ ਰੁਜ਼ਗਾਰ ਨਾ ਕੋਈ ਖੇਤੀ ਢੰਗ ਨਾਲ ਚੱਲ ਰਹੀ ਹੈਗੀ ਆ। ਬਹੁਤ ਵੱਡਾ ਫਰਾਡ ਹੋਇਆ। ਪਿਛਲੇ ਲਗਭਗ 10 ਦਿਨਾਂ ਤੋਂ ਲਗਾਤਾਰ ਪ੍ਰੈਸ ਦੇ ਵਿੱਚ ਇਹ ਗੱਲ ਆ ਰਹੀ ਆ। ਇਲੈਕਸ਼ਨ ਦਾ ਵਰਾ ਆ 20 ਤਰੀਕ ਨੂੰ ਚੋਣਾਂ ਹੋਣ ਜਾ ਰਹੀਆਂ, ਪਰ ਜਿਹੜੀਆਂ ਪਾਰਟੀਆਂ ਚੋਣਾਂ ਦੇ ਨਾਮ ਤੇ ਵੋਟਾਂ ਮੰਗਣ ਜਾ ਰਹੀਆਂ ਲੋਕਾਂ ਤੋਂ, ਐਡਾ ਵੱਡਾ ਫਰਾਡ ਹੋਇਆ। ਤੇ ਸਭ ਤੋਂ ਵੱਡਾ ਮੁੱਦਾ ਜਿਹੜਾ ਹੈਗਾ ਪੰਜਾਬ ਦਾ, ਹਿੰਦੁਸਤਾਨ ਦਾ, ਬੇਰੁਜ਼ਗਾਰੀ ਹੈ। ਕਿਸੇ ਵੀ ਪੋਲੀਟੀਕਲ ਪਾਰਟੀ ਦਾ ਇਹਨਾਂ ਪੀੜਤ ਵਿਦਿਆਰਥੀਆਂ ਵੱਲ ਕੋਈ ਧਿਆਨ ਨਹੀਂ ਗਾ। ਇਹ ਰੁਲਣ ਮਰਨ ਖਪਣ ਇਹਦੇ ਵੱਲ ਕਿਸੇ ਪੋਲੀਟੀਕਲ ਪਾਰਟੀ ਦਾ ਕੋਈ ਧਿਆਨ ਨਹੀਂ ਗਾ, ਜਿਹਦੇ ਕਰਕੇ ਅੱਜ ਅਸੀਂ ਇਕੱਠੇ ਹੋਏ ਆ। ਤੇ ਅੱਜ ਅਸੀਂ ਮੀਟਿੰਗ ਸਮਾਪਤ ਕਰਕੇ ਇਹ ਨਿਰਣਾ ਲੈਣ ਜਾ ਰਹੇ ਹਾਂ ਕਿ ਬਹੁਤ ਛੇਤੀ ਥੋੜੇ ਦਿਨਾਂ ਦੇ ਵਿੱਚ ਹੀ ਇੱਕ ਬਹੁਤ ਵੱਡਾ ਪ੍ਰੋਟੈਸਟ ਅਸੀਂ ਆਰਗੇਨਾਈਜ਼ ਕਰਨ ਜਾ ਰਹੇ ਹਾਂ। ਉਹ ਚੰਡੀਗੜ੍ਹ ਹੋ ਸਕਦਾ, ਦਿੱਲੀ ਹੋ ਸਕਦਾ, ਅਸੀਂ ਜੋ ਸਾਡੀ ਸਹਿਮਤੀ ਬਣੂਗੀ ਬਹੁਤ ਵੱਡਾ ਪ੍ਰੋਟੈਸਟ ਜਿਹੜਾ ਉਹ ਕਰਨ ਜਾ ਰਹੇ ਹਾਂ, ਜਿਹਦੇ ਵਿੱਚ ਹਜ਼ਾਰਾਂ ਦੀ ਤਾਦਾਦ ਦੇ ਵਿੱਚ ਵਿਦਿਆਰਥੀ ਹੋਣਗੇ। ਤੇ ਇੱਧਰਲੀ ਜਿਹੜੀ ਸਰਕਾਰ ਆ ਜਿਹੜੀ ਚੁੱਪ ਕਰਕੇ ਬੈਠੀ ਆ, ਉਹਨਾਂ ਨੂੰ ਮਜਬੂਰ ਕਰਾਂਗੇ ਇਸ ਇਸ਼ੂ ਤੇ ਆਪਦਾ ਮੂੰਹ ਖੋਲ੍ਹਣ, ਕਿਉਂਕਿ ਜੇ ਵਿਦਿਆਰਥੀਆਂ ਦੀ ਸਰਕਾਰ ਬਾਂਹ ਨਹੀਂ ਫੜਦੀ ਗੀ ਤਾਂ ਕੈਨੇਡੀਅਨ ਸਰਕਾਰ ਨੇ ਤਾਂ ਸਾਡੀ ਸੁਣਨੀ ਨਹੀਂ ਗੀ। ਉਹਨਾਂ ਨੇ ਤਾਂ ਸਾਨੂੰ ਮਤਲਬ ਵੀ ਇੱਕ ਰੱਦੀ ਦੀ ਟੋਕਰੀ ਦੇ ਵਿੱਚ ਬੇਕਾਰ ਚੀਜ਼ ਸਮਝ ਕੇ ਜਿਹੜਾ ਸਿੱਟਤਾ। ਜੇ ਅਸੀਂ ਇੰਨਾ ਵੀ ਰੌਲਾ ਨਾ ਪਾਉਂਦੇ ਤਾਂ ਸਾਡਾ ਜਿਹੜਾ ਇਸ਼ੂ ਹੈਗਾ ਇਹਨਾਂ 600 ਵਿਦਿਆਰਥੀਆਂ ਦਾ, ਇਹ ਚਰਚਾ 'ਚ ਹੀ ਨਹੀਂ ਆਉਣਾ ਸੀਗਾ। ਉਹਨਾਂ ਨੇ ਉਧਰਲੇ ਵਿਦਿਆਰਥੀਆਂ ਨੇ ਮਾੜੀ ਮੋਟੀ ਗਿਟਮਿਟ ਕਰਕੇ ਬੈਠ ਜਾਣਾ ਸੀਗਾ। ਸੋ ਅੱਜ ਅਸੀਂ ਇਕੱਠੇ ਹੋਏ ਹਾਂ, ਬਹੁਤ ਵੱਡਾ ਪ੍ਰੋਟੈਸਟ ਕਰਨ ਜਾ ਰਹੇ ਹਾਂ। ਕੋਈ ਸਮਾਂ ਨਿਰਧਾਰਿਤ ਕੀਤਾ ਹੈ ਕਦ ਤੱਕ? ਸਮਾਂ ਅਸੀਂ ਬਹੁਤ ਜਲਦ ਵਿਦਨ ਅ ਵੀਕ ਹੀ ਹੋ ਸਕਦਾ ਕਿ ਅਸੀਂ ਪ੍ਰੋਟੈਸਟ ਜਿਹੜਾ ਉਹ ਕਰਾਂਗੇ। ਇਹਦੀ ਤਿਆਰੀ ਜਿਹੜੀ ਪ੍ਰੈਪਰੇਸ਼ਨ ਵਾਸਤੇ ਅੱਜ ਇਕੱਠੇ ਹੋ ਗਏ ਆ, ਪ੍ਰੈਸ ਨੂੰ ਸਟੇਟਮੈਂਟ ਦੇਣ ਵਾਸਤੇ ਅੱਜ ਇਕੱਠੇ ਹੋਏ ਆ ਅਸੀਂ। ਮੀਟਿੰਗ ਜਿਹੜੀ ਅਲੱਗ-ਅਲੱਗ ਜ਼ਿਲ੍ਹਿਆਂ ਤੋਂ ਵਿਦਿਆਰਥੀ ਆਏ ਆ, ਆਊਟ ਆਫ ਪੰਜਾਬ ਵੀ ਆਏ ਆ, ਤੇ ਆਉਣ ਵਾਲੇ ਸਮੇਂ ਦੇ ਵਿੱਚ ਬਾਕੀ ਜਿਹੜੇ ਸਟੂਡੈਂਟਸ ਹੈਗੇ ਉਹਨਾਂ ਨੂੰ ਇਕੱਠੇ ਕਰਕੇ ਬਾਕੀ ਆਰਗੇਨਾਈਜੇਸ਼ਨਸ ਲੈ ਕੇ BKU ਡਕੌਂਦਾ ਦੇ ਸਾਥੀ ਸਾਡੇ ਨਾਲ ਆਏ ਆ, ਕਿਸਾਨ ਜਥੇਬੰਦੀਆਂ ਵੀ ਆ ਰਹੀਆਂ। ਬਹੁਤ ਵੱਡਾ ਪ੍ਰੋਟੈਸਟ ਕਰਾਂਗੇ ਤੇ ਸਰਕਾਰ ਨੂੰ ਮਜਬੂਰ ਕਰਾਂਗੇ ਇਸ ਮਸਲੇ ਤੇ ਬੋਲੇ, ਕਿਉਂਕਿ ਲੱਖਾਂ ਰੁਪਈਆ ਕਿਸੇ ਨੇ ਘਰ ਦੇ ਗਹਿਣੇ ਵੇਚੇ, ਕਿਸੇ ਨੇ ਪ੍ਰਾਪਰਟੀ ਵੇਚੀ, ਕਿਸੇ ਨੇ ਕੁਝ ਵੇਚਿਆ, ਸਿਰਫ ਇਸ ਕਰਕੇ ਕਿ ਸਾਡਾ ਜਿਹੜਾ ਭਵਿੱਖ ਆ ਉਹ ਢੰਗ ਨਾਲ ਵਧੀਆ ਤਰੀਕੇ ਨਾਲ ਬਤੀਤ ਹੋ ਜੇ। ਔਰ ਰੁਜ਼ਗਾਰ ਦੇ ਮਾਰਿਆਂ ਨੇ ਬਾਹਰ ਜਾਣਾ ਸੀ ਤੇ ਠੇਡਾ ਖਾ ਕੇ ਬਹਿ ਗਏ ਆ, ਤੇ ਇਹਨਾਂ ਵਾਸਤੇ ਹੋਰ ਕੋਈ ਦਰਵਾਜ਼ਾ ਨਹੀਂ, ਭਵਿੱਖ ਹਨੇਰੇ 'ਚ ਆ। ਤੇ ਸਾਡੇ ਵਾਸਤੇ ਕਰੋ ਜਾਂ ਮਰੋ ਵਾਲੀ ਜਿਹੜੀ ਹਾਲਤ ਬਣੀ ਹੋਈ ਆ। ਆਉਣ ਵਾਲੇ ਸਮੇਂ 'ਚ ਵੱਡਾ ਪ੍ਰੋਟੈਸਟ ਕਰਾਂਗੇ, ਸਰਕਾਰ ਨੂੰ ਮਜਬੂਰ ਕਰਾਂਗੇ ਇਹ ਤੇ ਆਪਦੀ ਜਿਹੜੀ ਮੂੰਹ ਹੈਗਾ ਉਹ ਖੋਲੇ। ਜੀ ਤੁਸੀਂ ਸਟੂਡੈਂਟਸ ਦੇ ਪੱਖ ਦੇ ਵਿੱਚ ਅੱਜ ਹੱਕ ਦੇ ਵਿੱਚ ਆਏ ਹੋ, ਤਾਂ ਕੀ ਕਹਿਣਾ ਚਾਹੋਗੇ ਇਹਨਾਂ ਬਾਰੇ? ਜੈਸੇ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੀ ਜ਼ਿਲ੍ਹਾ ਮੋਹਾਲੀ ਕਮੇਟੀ ਵੱਲੋਂ ਆਏ ਆ। ਸਾਨੂੰ ਜਿਹੜੇ ਸਟੂਡੈਂਟਸ ਦੇ ਨਾਲ ਫਰਾਡ ਹੋਇਆ ਉਹਨਾਂ ਵੱਲੋਂ ਸਾਨੂੰ ਸੱਦਾ ਦਿੱਤਾ ਗਿਆ ਸੀਗਾ। ਸੋ ਅਸੀਂ ਇਹਨਾਂ ਦੀ ਗੱਲ ਸੁਣਨ ਵਾਸਤੇ ਆਏ ਸੀ। ਜਿਸ ਤਰ੍ਹਾਂ ਹੁਣ ਸਾਰੇ ਵਿਦਿਆਰਥੀਆਂ ਨੇ ਦੱਸਿਆ ਹੈਗਾ ਕਿ ਕੈਨੇਡਾ ਦੇ 3 ਕਾਲਜ ਇਹਨਾਂ ਨਾਲ ਠੱਗੀ ਮਾਰ ਗਈ ਔਰ ਆਪਣੇ ਆਪ ਨੂੰ ਬੈਂਕਰਪਟ ਡਿਕਲੇਅਰ ਕਰਤਾ ਉਹਨਾਂ ਨੇ। ਉਹ ਜੋ ਹੁਣ ਉੱਥੇ ਕਾਰਵਾਈ ਹੋ ਰਹੀ ਹੈ, ਉਹ ਜੋ ਵੀ ਕਿਸੇ ਨੂੰ ਕੋਈ ਦੁੱਕੀ ਪੰਜੀ ਦਿੱਤੀ ਜਾਣੀ ਹੈ, ਉਹ ਉਧਰਲੇ ਕੋਈ ਵਿਦਿਆਰਥੀ ਹੈ ਜਾਂ ਕਾਲਜ ਦਾ ਸਟਾਫ ਹੈ ਉਹਨਾਂ ਦਾ ਦਿੱਤਾ ਜਾਊ। ਪਰ ਜਿਹੜੇ ਲਗਭਗ 633 ਵਿਦਿਆਰਥੀ ਇੱਧਰ ਵਾਲੇ, ਇਹਨਾਂ ਦੀ 9 ਲੱਖ ਰੁਪਏ ਪਰ ਸਟੂਡੈਂਟ ਫੀਸ ਉਹਨਾਂ ਕੋਲ ਫਸੀ ਹੋਈ ਹੈ, ਉਹਦਾ ਕੋਈ ਵਾਲੀ ਵਾਰਸ ਨਹੀਂ ਬਣ ਰਿਹਾ। ਇਹਨਾਂ ਦਾ ਕੇਸ ਹੀ ਉਹਨਾਂ ਦੇ ਕਾਗਜ਼ਾਂ ਦੇ ਵਿੱਚ ਹਲੇ ਹੈ ਨਹੀਂ ਵੀ ਅਸੀਂ ਇਹਨਾਂ ਦਾ ਵੀ ਕੁਝ ਮੋੜਨਾ ਹੈਗਾ। ਸੋ ਇਹਨਾਂ ਦਾ ਬੜਾ ਵੱਡਾ ਧੱਕਾ ਹੋਇਆ। ਇੱਕ ਤਾਂ ਫਾਈਨੈਂਸ਼ੀਅਲ ਜੋ ਵੀ ਇਹਨਾਂ ਦਾ ਫਰਾਡ ਹੋਇਆ ਕਿ ਜਦੋਂ ਕਾਲਜ ਬੈਂਕਰਪਟ ਡਿਕਲੇਅਰ ਹੋ ਗਿਆ ਤਾਂ ਇਹਨਾਂ ਦੀ ਫੀਸ 1 ਮਹੀਨੇ 'ਚ ਵਾਪਸ ਕੀਤੀ ਜਾਣੀ ਚਾਹੀਦੀ ਸੀ, ਉਹ ਨਹੀਂ ਕੀਤੀ ਜਾ ਰਹੀ। ਪਲੱਸ ਇਹਨਾਂ ਦਾ ਜੋ ਸਮੇਂ ਦਾ ਨੁਕਸਾਨ ਹੋਇਆ ਉਹ ਸਾਰਾ ਇਹਨਾਂ ਦਾ ਨੁਕਸਾਨ ਹੋ ਰਿਹਾ। ਇਹ ਇੰਡੀਅਨ ਸਰਕਾਰ ਦੀਆਂ ਜਿਹੜੀਆਂ ਪਾਲਿਸੀਆਂ ਨੇ, ਨਿੱਜੀਕਰਨ ਦੀਆਂ ਪਾਲਿਸੀਆਂ, ਉਹਨਾਂ ਕਰਕੇ ਸਾਡੇ ਸਟੂਡੈਂਟ ਬਾਹਰ ਜਾ ਰਹੇ ਆ, ਉਹਨਾਂ ਨਾਲ ਅੱਗੇ ਫਿਰ ਧੱਕੇ ਹੋ ਰਹੇ ਆ। ਤੁਹਾਡੀ ਜਥੇਬੰਦੀ ਵੱਲੋਂ ਕੀ ਕਦਮ ਚੁੱਕੇ ਜਾ ਰਹੇ? ਅਸੀਂ ਭਾਰਤੀ ਕਿਸਾਨ ਯੂਨੀਅਨ ਡਕੌਂਦਾ ਵੱਲੋਂ ਇਹਨਾਂ ਦੀ ਜੋ ਵੀ ਮਦਦ ਹੋ ਸਕੇ ਉਹ ਕਰਾਂਗੇ। ਇੱਕ ਤਾਂ ਅਸੀਂ 31 ਜਨਵਰੀ ਨੂੰ ਸਾਰੇ ਇੰਡੀਆ ਦੇ ਵਿੱਚ ਵਿਸ਼ਵਾਸਘਾਤ ਦਿਵਸ ਮਨਾ ਰਹੇ ਹਾਂ। DC ਦਫ਼ਤਰਾਂ 'ਚ ਧਰਨੇ ਲੱਗਣਗੇ, ਉੱਥੇ ਅਸੀਂ ਇਹਨਾਂ ਦਾ ਮੁੱਦਾ ਹਾਈਲਾਈਟ ਕਰਾਂਗੇ। ਦੂਜੀਆਂ 32 ਕਿਸਾਨ ਜਥੇਬੰਦੀਆਂ ਦੇ ਅਸੀਂ ਮਸਲਾ ਧਿਆਨ 'ਚ ਲਿਆਵਾਂਗੇ। ਅਸੀਂ ਆਪਣੀ ਜਥੇਬੰਦੀ ਵੱਲੋਂ ਇਹਨਾਂ ਦੀ ਪੂਰੀ ਹਮਾਇਤ ਕਰਾਂਗੇ। ਕੋਸ਼ਿਸ਼ ਕਰਾਂਗੇ ਕਿ ਪੰਜਾਬ ਦੀਆਂ ਬਾਕੀ ਕਿਸਾਨ ਜਥੇਬੰਦੀਆਂ ਵੀ ਇਹਨਾਂ ਦੀ ਹਮਾਇਤ ਕਰਨ। ਤਾਂ ਅਸੀਂ ਭਾਰਤ ਸਰਕਾਰ ਤੋਂ ਇਹ ਮੰਗ ਕਰਾਂਗੇ ਵੀ ਉਹ ਇਹਨਾਂ ਦਾ ਮਸਲਾ ਕੈਨੇਡੀਅਨ ਸਰਕਾਰ ਨਾਲ ਉਠਾਉਣ, ਇਹਨਾਂ ਦੇ ਪੂਰੇ ਪੈਸੇ ਵਾਪਸ ਕਰਵਾਉਣ, ਪਲੱਸ ਜੋ ਇਹਨਾਂ ਦਾ ਸਮੇਂ ਦਾ ਨੁਕਸਾਨ ਹੋਇਆ ਉਹਦੀ ਭਰਪਾਈ ਕਰਵਾਉਣ। ਨਹੀਂ ਤਾਂ ਜੋ ਇਹ ਐਕਸ਼ਨ ਲਿਖਣਗੇ, ਜਿਵੇਂ ਅਗਲੇ ਹਫ਼ਤੇ ਗੱਲਬਾਤ ਚੱਲ ਰਹੀ ਹੈ ਚੰਡੀਗੜ੍ਹ ਦੇ ਵਿੱਚ ਪ੍ਰੋਟੈਸਟ ਕਰਨ ਦੀ, ਅਸੀਂ ਸਾਰੇ ਕਿਸਾਨਾਂ ਨੂੰ ਨਾਲ ਲੈ ਕੇ ਉਹਦੇ ਵਿੱਚ ਸ਼ਾਮਲ ਹੋਵਾਂਗੇ। ਜੀ ਐਡੀ ਵੱਡੀ ਰਕਮ ਦਾ ਫਰੋਡ ਹੋਇਆ ਸਟੂਡੈਂਟਸ ਦੇ ਨਾਲ, ਤੇ ਉਧਰ ਕੈਨੇਡਾ ਦੇ ਕਾਲਜਸ ਦਾ ਇਸ ਬਾਰੇ ਕੀ ਕਹਿਣਾ ਹੈ? ਲਗਾਤਾਰ ਵਿਦਿਆਰਥੀਆਂ ਦੀ ਗੱਲ ਹੋਈ ਹੈ ਉਹਨਾਂ ਨਾਲ। ਪਹਿਲੀ ਗੱਲ ਤਾਂ ਹੈ ਕਿ ਕਾਲਜਾਂ ਨੇ ਵਿਦਿਆਰਥੀਆਂ ਨੂੰ ਭੁਲੇਖੇ 'ਚ ਰੱਖਿਆ। ਉਹ ਪਹਿਲੀ ਵਾਰ ਕਰਪਟ ਹੁੰਦੇ ਨੇ, ਬੈਂਕ ਕਰਪਟ ਹੁੰਦੇ ਨੇ, ਤੇ ਉੱਥੋਂ ਦੀ ਗੌਰਮੈਂਟ ਉਹਨੂੰ 3 ਮਹੀਨਿਆਂ ਦਾ ਸਮਾਂ ਦਿੰਦੀ ਆ ਵੀ ਤੁਸੀਂ 3 ਮਹੀਨਿਆਂ ਦੇ ਵਿੱਚ ਆਪਦੇ ਵਿੱਚ ਸੁਧਾਰ ਲਾ ਕੇ ਤਾਂ ਕਾਲਜ ਵੀ
ਫਿਊਚਰ ਬਰਬਾਦ ਨਾ ਹੋਵੇ ਬੱਚਿਆਂ ਦਾ, ਕੈਨੇਡੀਅਨ ਗਵਰਨਮੈਂਟ ਉਹਨਾਂ ਨੂੰ ਟਾਈਮ ਦਿੰਦੀ ਆ। ਪਰ ਉੱਥੋਂ ਦਾ ਕਿਹੜਾ ਗਰੁੱਪ ਆ, ਉਹ ਕਾਲਜ ਦਾ ਜਿਹੜਾ ਪ੍ਰਿੰਸੀਪਲ ਨੇ ਇਹ ਪ੍ਰੈਜ਼ੀਡੈਂਟ ਨੇ, ਉਹਨਾਂ ਦੇ ਉੱਥੋਂ ਦੇ ਲੋਕਲ ਲੀਡਰਾਂ ਨਾਲ ਸਾਠਗਾਂਠ ਆ। ਇਸ ਕਰਕੇ ਵੀ ਉਹ ਪ੍ਰੈਸ਼ਰ ਪਾ ਕੇ ਇੱਕ ਵਾਰੀ ਕਾਲਜ ਚਲਾਉਂਦੇ ਨੇ। ਜਦ ਇੱਕ ਦੂਸਰਾ ਕਿ ਉਰੋਂ ਦੇ ਜਿਹੜੇ ਏਜੰਟ ਨੇ, ਉਰੋਂ ਦੇ ਕਿਹੜੇ ਇੰਸਟੀਚਿਊਟ ਨੇ, ਉਹ ਵਿਦਿਆਰਥੀਆਂ ਨੂੰ ਦੱਸਦੇ ਨਹੀਂ ਹੈਗੇ ਵੀ ਆਹ 3 ਕਾਲਜ ਪਹਿਲਾਂ ਵੀ ਦੀਵਾਲੀਆ ਘੋਸ਼ਿਤ ਹੋ ਚੁੱਕੇ ਨੇ ਵੀ ਤੁਸੀਂ ਇਹਨਾਂ 'ਚ ਐਡਮਿਸ਼ਨ ਨਾ ਲਓ। ਪ੍ਰੀ ਪਲਾਨ ਲੱਗ ਰਿਹਾ ਤੁਹਾਨੂੰ? ਬਿਲਕੁਲ। ਉਰੋਂ ਦੇ ਕੁਝ ਉਹਨਾਂ ਦੇ ਆਉਣ ਵਾਲੇ ਦਿਨਾਂ ਦੇ ਵਿੱਚ ਅਸੀਂ ਨਾਮ ਵੀ ਤੁਹਾਡੇ ਸਾਹਮਣੇ ਲਿਆਵਾਂਗੇ। ਉਹਨਾਂ ਦੇ ਜਿਹੜੇ ਇੰਸਟੀਚਿਊਟ ਨੇ ਉਹਨਾਂ ਦੇ ਅੱਗੇ ਦਫ਼ਤਰਾਂ ਅੱਗੇ ਧਰਨੇ ਵੀ ਲਾਵਾਂਗੇ। ਉਹ ਵਿਦਿਆਰਥੀ ਸਾਰੇ ਵਿਦਿਆਰਥੀਆਂ ਦੇ ਅੱਗੇ ਉਹਨਾਂ ਨੂੰ ਨੰਗੇ ਕਰਾਂਗੇ ਕਿਹੜੇ ਇਹੋ ਜਿਹੇ ਇੰਸਟੀਚਿਊਟ ਨੇ ਜਿਹੜੇ ਮਿਲੇ ਹੋਏ ਨੇ। ਇੱਥੋਂ ਤੱਕ ਸਾਨੂੰ ਪਤਾ ਲੱਗਿਆ ਵੀ ਉਹ 40% 60% ਉਹਨਾਂ ਦਾ ਜਿਹੜਾ ਮੁਨਾਫਾ ਹੈਗਾ ਉਹਨੂੰ ਦਿੰਦੇ ਸੀ, ਕਮਿਸ਼ਨ ਹੈਗਾ ਉਹ ਚੱਲ ਰਿਹਾ ਉਹਨਾਂ ਦਾ। ਤਾਂ ਇਹ ਸਾਰਾ ਵੀ ਉਹਨਾਂ ਨੂੰ ਪਤਾ ਹੁੰਦੇ ਹੋਏ ਵੀ ਇੱਕ ਕਰਪਟ ਕਾਲਜ ਦੇ ਵਿੱਚ ਵਿਦਿਆਰਥੀਆਂ ਨੂੰ ਉਹਨਾਂ ਨੇ ਦੁਬਾਰਾ ਐਡਮਿਸ਼ਨ ਕਰਵਾਇਆ। ਇਹਨੂੰ ਲੈ ਕੇ ਅੱਜ ਸਾਡੀ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਵਿੱਚ ਕਿਹੜੀ ਇਹਨਾਂ ਨੇ ਸਟੂਡੈਂਟ ਆਰਗੇਨਾਈਜੇਸ਼ਨਾਂ ਨੇ, ਆਲ ਸਟੂਡੈਂਟ ਆਰਗੇਨਾਈਜੇਸ਼ਨਾਂ ਦੀ ਮੀਟਿੰਗ ਹੋਈ ਆ। ਅਸੀਂ ਇਹਨਾਂ ਨੂੰ ਸਪੋਰਟ ਕਰ ਰਹੇ ਹਾਂ। ਆਉਣ ਵਾਲੇ ਦਿਨਾਂ ਦੇ ਵਿੱਚ ਕੋਈ ਵੀ ਇਹ ਅੰਦੋਲਨ ਖੜਾ ਕਰਦੇ ਨੇ, ਅਸੀਂ ਇਹਨਾਂ ਦੇ ਨਾਲ ਖੜੇ ਹਾਂ। ਅਸੀਂ ਇੱਕ ਰਣਨੀਤੀ ਬਣਾਈ ਆ ਵੀ ਕਿਵੇਂ ਕਿਸਾਨ ਅੰਦੋਲਨ ਹਰੇਕ ਦੀ ਜ਼ਮਾਨਤ 'ਤੇ ਪਹੁੰਚਿਆ ਸੀ, ਹਰੇਕ ਤੱਕ ਪਹੁੰਚੀ ਸੀ ਇਹ ਗੱਲ। ਕਿਵੇਂ ਪਹਿਲਾਂ ਕਿਸਾਨਾਂ ਦਾ ਮੁੱਦਾ ਸੀ ਵੀ ਕਾਲੇ 3 ਕਾਨੂੰਨ ਨੇ ਕਿਹੜੇ ਉਹ ਪਾਸ ਹੋਏ ਨੇ, ਕਿਵੇਂ ਕਿਸਾਨ ਜਥੇਬੰਦੀਆਂ ਲੋਕਾਂ 'ਚ ਲੈ ਗਈਆਂ, ਉਵੇਂ ਹੀ ਵਿਦਿਆਰਥੀ ਜਥੇਬੰਦੀਆਂ ਜਾਂ ਵਿਦਿਆਰਥੀ ਜਿਨ੍ਹਾਂ ਨਾਲ ਇਹ ਧੱਕਾ ਹੋਇਆ, ਉਹ ਵਿਦਿਆਰਥੀ ਇਹ ਆਪਦੀ ਸਮੱਸਿਆ ਨੂੰ ਲੈ ਕੇ ਕੱਲੇ ਐਮਐਲਏਸ ਕੋਲੇ ਜਾਣਗੇ ਜਾਂ ਵਿਧਾਨ ਸਭਾ ਦੇ ਵਿੱਚ ਜਿਹੜਾ ਵੀ ਵੋਟ ਮੰਗਣ ਆਊਗਾ, ਇਹ ਇਲੈਕਸ਼ਨ ਦੇ ਵਿੱਚ ਇੱਕ ਮੁੱਦਾ ਬਣੂਗਾ। ਵੀ ਐਂ ਨਹੀਂ ਹੈਗਾ ਵੀ ਵਿਦਿਆਰਥੀ ਬਾਹਰ ਪੜ੍ਹਨ ਜਾਊਗਾ ਤਾਂ ਉਹਦੇ ਨਾਲ ਜੇ ਧੱਕਾ ਹੁੰਦਾ ਤਾਂ ਉਰੋਂ ਦੀ ਸਰਕਾਰ ਹੱਥ ਦੇ ਹੱਥ ਰੱਖ ਕੇ ਬਹਿ ਜੇ। ਸੋਨੂੰ ਅਸੀਂ ਵੋਟਾਂ ਪਾਈਆਂ ਨੇ ਤਾਂ ਇਹ ਸਾਡਾ ਹੱਕ ਬਣਦਾ ਵੀ ਉਰੋਂ ਦੀ ਜਿਹੜੀ ਸਰਕਾਰਾਂ ਨੇ ਵਿਦਿਆਰਥੀਆਂ ਦੇ ਨਾਲ ਖੜੀਆਂ ਰਹਿਣ। ਜੇ ਸਰਕਾਰਾਂ ਨਾ ਖੜੀਆਂ ਤਾਂ ਕਿਵੇਂ ਕਿਸਾਨ ਅੰਦੋਲਨ ਨੇ ਸਾਬਤ ਕਰਤਾ ਵੀ ਲੋਕਾਂ ਤੋਂ ਨਾ, ਸਰਕਾਰਾਂ ਤੋਂ ਨਾ ਝਾਕ ਰੱਖੋ, ਆਪਣੀ ਰਾਖੀ ਆਪ ਕਰੋ। ਜੇ ਸਰਕਾਰਾਂ ਵਿਦਿਆਰਥੀਆਂ ਦੇ ਨਾਲ ਨਹੀਂ ਖੜਦੀਆਂ ਤਾਂ ਆਉਣ ਵਾਲੇ ਟਾਈਮ ਦੇ ਵਿੱਚ ਵਿਦਿਆਰਥੀ ਵੀ ਕਿਸਾਨੀ ਅੰਦੋਲਨ ਤੋਂ ਸੇਧ ਲੈਂਦੇ ਹੋਏ ਇੱਕ ਵੱਡਾ ਅੰਦੋਲਨ ਆਉਣ ਵਾਲੇ ਦਿਨਾਂ ਦੇ ਵਿੱਚ ਛੇੜਨਗੇ। ਜੀ ਜਿਵੇਂ ਕਿ ਸਟੂਡੈਂਟਸ ਨਾਲ ਫਰੋਡ ਹੋਇਆ, ਇੰਨੇ ਵੱਡੇ ਸਕੈਮ ਹੋਇਆ ਕਹਿ ਸਕਦੇ ਹਾਂ, ਤਾਂ ਤੁਹਾਨੂੰ ਕੁਝ ਦੱਸੋ ਕਿ ਕਿੰਨੇ ਟਾਈਮ ਤੋਂ ਇਹ ਚੱਲ ਰਿਹਾ? ਇਹਨਾਂ ਨੇ 1 ਸਾਲ ਪਹਿਲਾਂ ਵੀ ਕਾਲਜ ਤੇ ਕੇਸ 10 ਕਾਲਜ ਤੇ ਕੇਸ ਚੱਲਿਆ ਸੀ ਤੇ ਮਤਲਬ 10 ਕਾਲਜ ਸੀ ਜਿਹੜੇ ਸਾਰੇ ਮੌਂਟਰੀਅਲ ਦੇ ਸੀ, ਕਿਊਬਿਕ ਸੂਬੇ ਦੇ ਸੀਗੇ। ਠੀਕ ਹੈ, ਮਤਲਬ ਉਹਨਾਂ ਨੇ ਜਦੋਂ ਉਹਨਾਂ ਨੂੰ ਪਤਾ ਲੱਗਿਆ ਵੀ ਕਾਲਜ ਜਿਹੜੇ ਹਿੱਟ ਲਿਸਟ ਤੇ ਨੇ ਕਦੇ ਵੀ ਬੰਦ ਹੋ ਸਕਦੇ ਨੇ, ਮਤਲਬ ਇਹਦੇ ਵਿੱਚ ਅਸੀਂ ਤਾਂ ਇਹ ਚੀਜ਼ ਸਮਝਦੇ ਹਾਂ ਵੀ ਜਿਹੜਾ IRCC ਇੱਥੋਂ ਦੇ ਕੰਸਲਟੈਂਟ ਨੇ ਜਿਹੜੇ ਤੇ ਜਿਹੜੀ ਇੰਡੀਅਨ ਕੈਨੇਡੀਅਨ ਗਵਰਨਮੈਂਟ ਹੈ, ਸਾਰਿਆਂ ਨੇ ਰਲ ਕੇ ਇੱਥੋਂ ਦੇ ਬੱਚਿਆਂ ਨੇ ਆਪਾਂ ਕਹਿ ਸਕਦੇ ਜਿਹੜਾ ਪੰਜਾਬ ਦੇ ਇਸ ਟਾਈਮ ਹਾਲਾਤ ਚੱਲਦੇ ਨੇ ਅਨਇੰਪਲੋਇਮੈਂਟ ਦਾ, ਨਹੀਂ ਜੋ ਮਤਲਬ ਬੱਚਿਆਂ ਦਾ ਇੱਥੇ ਸਭ ਕੁਝ ਧੁੰਦਲਾ ਪਵੇ, ਕਿਸੇ ਨੂੰ ਕੁਝ ਨਹੀਂ ਪਤਾ ਲੱਗਦਾ, ਉਹ ਚੀਜ਼ ਦਾ ਕੈਨੇਡੀਅਨ ਸਰਕਾਰ ਨੇ ਜਾਂ ਇੱਥੋਂ ਦੇ ਏਜੰਟਾਂ ਨੇ ਬਹੁਤ ਜ਼ਿਆਦਾ ਨਜਾਇਜ਼ ਫਾਇਦਾ ਚੱਕਿਆ ਜੀ। ਨਾ ਤਾਂ ਹੁਣ ਬੱਚੇ ਹੁਣ ਨਾ ਤਾਂ ਇੱਥੇ ਸੇਫ ਨੇ ਜੀ, ਕਿਉਂਕਿ ਜਿਹੜਾ ਵੀ ਪੈਸਾ ਬੱਚਿਆਂ ਨੇ ਦਿੱਤਾ ਉਹ ਕੋਈ 2 ਨੰਬਰ ਦਾ ਤਾਂ ਹੈ ਨਹੀਂ ਸੀ, ਆਨਲਾਈਨ ਗਿਆ, ਸਾਰਾ ਟੈਕਸ ਪੇਡ ਮਨੀ ਸੀਗੀ ਜੀ। ਤੇ ਮਤਲਬ ਸਰਕਾਰ ਨੂੰ ਇਹ ਚੀਜ਼ ਚਾਹੀਦੀ ਆ ਉੱਥੋਂ ਦੀ ਨੂੰ ਵੀ, ਕਿਉਂਕਿ ਹੁਣ ਜਿਹੜੇ ਬੈਂਕ ਨੇ ਇੱਕ ਕਾਲਜ ਆ ਉਹਨਾਂ ਨੂੰ ਇਹੀ ਨਹੀਂ ਪਤਾ ਜਿਹੜਾ ਕਾਲਜ ਆ ਉਹ ਜਿਹੜਾ ਕੰਸਲਟੈਂਟ ਆ ਉਹਨੂੰ 40% ਕਮਿਸ਼ਨ ਦੇ ਦਿਆ, ਤੇ ਜਿਹੜਾ ਮੰਨ ਲਓ 10 ਲੱਖ ਦਿੱਤਾ ਤਾਂ ਉਹਦੇ ਵਿੱਚੋਂ 5 ਲੱਖ ਇੱਥੋਂ ਦੇ ਜਿਹੜੇ ਏਜੰਟ ਫਾਈਲ ਲਵਾਉਂਦੇ ਨੇ ਉਹਨਾਂ ਨੂੰ ਕਮਿਸ਼ਨ ਆਉਂਦਾ ਜੀ। ਤੇ ਜਿਹੜੇ ਬਾਕੀ 5 ਲੱਖ ਆ ਉਹ ਇਹਨਾਂ ਨੂੰ ਕੰਸਲਟੈਂਟ ਨੂੰ ਨਹੀਂ ਪਤਾ ਲੱਗਦਾ ਵੀ ਉੱਥੋਂ ਦੇ ਜਿਹੜੇ ਕਾਲਜ ਆ ਉਹ ਕਿਵੇਂ ਸਰਵਾਈਵ ਕਰਨਗੇ ਜੀ। ਮਤਲਬ ਸਭ ਨੇ ਰਲ ਮਿਲ ਕੇ ਇੱਕ ਸਕੈਮ ਕੀਤਾ ਵੀ ਕੋਈ ਗੱਲ ਨਹੀਂ, ਮਤਲਬ ਪੰਜਾਬੀ 'ਚ ਇੱਕ ਕਹਾਵਤ ਹੁੰਦੀ ਆ ਵੀ ਇੱਕ ਵਾਰੀ ਸੁਹਾਗਣ ਗੱਜਦੀ ਭਾਵੇਂ ਜਾਂਦੀ ਡੰਡੀ ਹੋ ਜੇ, ਉਹ ਕੰਮ ਹੋ ਗਿਆ ਜੀ। ਮਤਲਬ ਇੱਕ ਵਾਰੀ ਵੀਜ਼ੇ ਲਵਾ ਤੇ ਬੱਚਿਆਂ ਨੇ ਜਾਣਾ ਨਾ ਜਾਣਾ, ਮਤਲਬ ਇਹ ਚੀਜ਼ ਹੋਣੀ ਚਾਹੀਦੀ ਹੈ। ਕੰਸਲਟੈਂਟ ਜਿਹੜੇ ਇੱਥੇ IRCC ਮੈਂਬਰ ਨੇ, IDP ਹੋ ਗਿਆ, ਕੈਨੋ ਹੋ ਗਿਆ, ਜ਼ਿੰਮੇਵਾਰ ਕੰਪਨੀਆਂ ਨੇ, ਮਤਲਬ ਉਹਨਾਂ ਨੂੰ ਇਹ ਚੀਜ਼ ਚਾਹੀਦੀ ਆ ਵੀ ਜਦੋਂ ਤੱਕ ਬੱਚੇ ਦੀ ਸਟੱਡੀ ਦੀ ਸਾਰੀ ਜ਼ਿੰਮੇਵਾਰੀ ਇੱਥੋਂ ਦੇ ਕੰਸਲਟੈਂਟ ਦੀ ਹੋਣੀ ਚਾਹੀਦੀ ਹੈ, IRCC ਦੀ ਮੈਂਬਰ ਦੀ ਹੋਣੀ ਚਾਹੀਦੀ ਹੈ। ਬੱਚੇ ਦੀ ਜਿਹੜੀ ਸਟੱਡੀ ਵੀਜ਼ਾ ਲੱਗਣ ਤੋਂ ਲੈ ਕੇ ਸਟੱਡੀ ਕੰਪਲੀਟ ਹੋਣ ਤੱਕ ਉਹਨਾਂ ਦੀ ਜ਼ਿੰਮੇਵਾਰੀ ਹੋਣੀ ਚਾਹੀਦੀ ਹੈ ਇਹ ਚੀਜ਼। ਸਟੂਡੈਂਟ ਹੋ ਤੁਸੀਂ? ਹਾਂਜੀ, ਮੈਂ ਸਟੂਡੈਂਟ। ਸਕੈਮ ਹੋਇਆ ਇਹ? ਹਾਂਜੀ ਹਾਂਜੀ। ਕੀ ਸੋਚ ਰਹੇ ਹੋ ਤੁਸੀਂ, ਇਹ ਸਭ ਐਡਾ ਵੱਡਾ ਸਕੈਮ ਤੁਹਾਡੇ ਨਾਲ ਹੋ ਚੁੱਕਿਆ? ਦੇਖੋ ਜੀ, ਹੁਣ ਅਸੀਂ ਬਹੁਤ ਜ਼ਿਆਦਾ ਸਟ੍ਰੈਸ ਦੇ ਵਿੱਚ ਚੱਲ ਰਹੇ ਹਾਂ ਜੀ। ਦੇਖੋ ਮੈਂ ਇੱਕ ਸੱਚੀ ਗੱਲ ਦੱਸਾਂ ਤੇ ਮੈਂ ਆਪਦੇ ਪੇਰੈਂਟਸ ਨੂੰ ਨਹੀਂ ਦੱਸਿਆ ਸੀਗਾ ਇਹ ਚੀਜ਼ ਬਾਰੇ, ਕਿਉਂਕਿ ਮੈਨੂੰ ਪਤਾ ਸੀਗਾ ਵੀ ਉਹ ਟੈਨਸ਼ਨ ਦੇ ਵਿੱਚ ਆਉਣਗੇ। ਵੈਸੇ ਦੇਖੋ ਜੇ ਇਹ ਚੀਜ਼ ਦਾ ਕਨਕਲੂਜਨ ਨਹੀਂ ਨਿਕਲਿਆ ਤਾਂ ਸੁਸਾਈਡ ਸਾਡੇ ਲਈ ਆਖਰੀ ਆਪਸ਼ਨ ਹੈ, ਕਿਉਂਕਿ ਦੇਖੋ ਇੱਕ ਇਹੋ ਜਿਹਾ ਟਾਈਮ ਆ ਜਦੋਂ ਮੋਸਟ ਆਫ ਦਾ ਸਟੂਡੈਂਟ ਨੂੰ ਪੜ੍ਹਾਈ ਦੀ ਲੋੜ ਹੁੰਦੀ ਹੈਗੀ। ਠੀਕ ਹੈ, ਹੁਣ ਉਹ ਚੀਜ਼ਾਂ ਦੇ ਵਿੱਚ ਸਾਨੂੰ ਪੜ੍ਹਾਈ ਵੀ ਨਹੀਂ ਮਿਲੀ ਹੈਗੀ ਤੇ ਸਾਡੇ ਨਾਲ ਧੱਕਾ ਵੀ ਹੋ ਗਿਆ। ਸੋ ਸਾਡੀ ਤਾਂ ਮੰਗ ਇਹੀ ਹੈ ਵੀ ਸਾਨੂੰ ਜਿੰਨਾ ਜਲਦੀ ਹੋ ਸਕੇ ਤਾਂ ਸਾਡਾ ਰਿਫੰਡ ਦਿੱਤਾ ਜਾਵੇ। ਹੁਣ ਮੈਂ ਤੁਹਾਨੂੰ ਦੱਸਾਂ ਵੀ ਮੇਰੀ 1.5 ਸਾਲ ਪਹਿਲਾਂ ਫੀਸ ਗਈ ਸੀਗੀ, 30 ਸਤੰਬਰ 2020 'ਚ ਪਹੁੰਚੀ ਸੀ ਮੇਰੀ ਫੀਸ ਉੱਥੇ, ਤੇ ਮੇਰੇ ਲਵੇ ਸਵਿਫਟ ਕੋਡ ਪਿਆ ਗਾ, ਮਤਲਬ ਜਿਹੜੀ ਆਪਾਂ ਫੀਸ ਭੇਜ ਦਿਆਂਗੇ ਮਤਲਬ ਟੈਕਸ ਹੋ ਕੇ ਜਾਂਦੀ ਆ ਉਹ ਇੱਕ ਹਿਸਾਬ ਨਾਲ।
ਤੇ ਉਹਦੇ ਟੈਕਸ ਲੱਗਦੇ ਨੇਗੇ ਹਨਾ, ਗਵਰਨਮੈਂਟ ਟੈਕਸ ਲਾਉਂਦੀ ਹੈਗੀ। ਅਸੀਂ 2 ਨੰਬਰ 'ਚ ਕੋਈ ਪੈਸਾ ਨਹੀਂ ਉਹ ਕਰਿਆ ਹੈਗਾ, ਸਾਡਾ ਕੋਈ 2 ਨੰਬਰ ਦਾ ਪੈਸਾ ਨਹੀਂ ਸੀਗਾ ਜਿਹੜਾ ਸਾਨੂੰ ਨਹੀਂ ਮੁੜ ਰਿਹਾ। ਦੇਖੋ ਨਾ ਮੈਂ ਉਹਨਾਂ ਤੋਂ ਕੋਈ ਸਰਵਿਸ ਲਈ ਆਈ, ਸਿੱਧੀ ਜੀ ਗੱਲ। ਵਿੱਚ ਬਹੁਤ ਸਟੂਡੈਂਟ ਇਹੋ ਜਿਹੇ ਹੈਗੇ ਨੇਗੇ। ਤੁਹਾਡੀਆਂ ਕਲਾਸਿਸ ਚੱਲ ਰਹੀਆਂ ਸੀ? ਨਹੀਂ, ਮੇਰੀ ਕੋਈ ਕਲਾਸਿਸ ਨਹੀਂ ਲਈ ਹੈਗੀ। ਮੈਂ 1.5 ਸਾਲ ਪਹਿਲਾਂ ਤੁਹਾਡੀ ਐਡਮਿਸ਼ਨ ਹੋਈ ਹੈ ਜੀ। ਤੁਹਾਡੀ ਕਲਾਸਿਸ ਨਹੀਂ ਚੱਲੀਆਂ? ਨਹੀਂ ਜੀ, ਮੇਰੀ ਇੱਕ ਵੀ ਕਲਾਸ ਨਹੀਂ ਲੱਗੀ ਹੈਗੀ ਤੇ ਮੈਂ ਡੈਫਰ ਲਏ ਨੇਗੇ। 10 ਮੰਥ ਮੈਂ ਪੂਰਾ ਵੇਟ ਕਰਿਆ ਆਪਦੇ ਵੀਜ਼ਾ ਵਾਸਤੇ, ਬਟ ਐਂਡ ਰਿਜ਼ਲਟ ਮੈਨੂੰ ਕੀ ਮਿਲਿਆ? ਰਿਫਿਊਜ਼ਲ। ਸੋ ਹਾਂਜੀ, ਤੇ ਜਿੱਥੇ ਤੱਕ ਮੇਰਾ ਓਪੀਨੀਅਨ ਹੈ ਵੀ ਇਹ ਵਿੱਚ ਕੋਈ ਨਾ ਕੋਈ ਇਨਵੋਲਵਮੈਂਟ ਹੋ ਸਕਦੀ ਹੈ ਜੀ। ਇਹਦੇ ਵਿੱਚ ਹੋਰ ਐਡ ਕਰਨਾ ਚਾਹੂੰਗਾ ਜੀ। ਕੈਨੇਡਾ ਦੀ ਜਿਹੜੇ ਕਾਲਜ ਨੇ, ਜਿਹੜੇ 3 ਕਾਲਜ ਸੀਗੇ, ਇਹਨਾਂ ਦੀ ਅਸੀਂ ਰਿਫੰਡ ਪਾਲਿਸੀ ਮੰਗਵਾਈ ਸੀ। ਉਹ ਰਿਫੰਡ ਪਾਲਿਸੀ ਦੇ ਵਿੱਚ ਇਹ ਲਿਖਿਆ ਗਿਆ ਸੀਗਾ ਵੀ ਇਨ ਕੇਸ ਸਟੂਡੈਂਟ ਦੀ ਰਿਫਿਊਜ਼ਲ ਆਉਂਦੀ ਆ ਤੇ ਅਸੀਂ $364 $365 ਕੱਟ ਕੇ ਬਾਕੀ ਦੀ ਸਾਰੀ ਫੀਸ ਅਸੀਂ ਰਿਫੰਡ ਕਰ ਦੇਵਾਂਗੇ। $364 ਕਿੰਨਾ ਅਮਾਉਂਟ ਬਣਿਆ? ਮਤਲਬ $364 ਆਪਣੇ ਹੋ ਗਏ, ਘੱਟੋ ਘੱਟ ਹੋ ਗਿਆ 10-12 ਹਜ਼ਾਰ ਰੁਪਇਆ ਕਹਿ ਲਓ 10 ਤੁਸੀਂ। ਤੋਂ 20 ਹਜ਼ਾਰ ਦੇ ਵਿੱਚ ਜਿਹੜੀ ਅਮਾਉਂਟ ਬਣਦੀ ਹੈ ਜੀ, ਵੀ ਉਹ ਤੇ ਕੱਟ ਕੇ ਬਾਕੀ ਉਹ ਸਾਰੀ ਉਨੀ ਕੁ ਅਮਾਉਂਟ ਕੱਟ ਕੇ ਅਸੀਂ ਸਟੂਡੈਂਟ ਦੇ ਜਿਹੜਾ ਰਿਫੰਡ ਹੋ ਜਾਊਗਾ। ਜੀ। ਤੇ ਇਹਦਾ ਪ੍ਰੋਸੈਸ 1 ਤੋਂ 1.5 ਮਹੀਨੇ ਦਾ ਪ੍ਰੋਸੈਸ ਆ ਜੀ। ਤੇ ਜਦੋਂ ਬੱਚਿਆਂ ਦੀਆਂ 90% ਬੱਚਿਆਂ ਦੀ ਰਿਫਿਊਜ਼ਲ ਆ ਗਈ ਸੀਗੀ, ਜਦੋਂ ਰਿਜ਼ਲਟ ਬੱਚਿਆਂ ਨੂੰ ਮਿਲੇ, ਤੇ ਰਿਫਿਊਜ਼ਲ ਆਉਣ ਤੋਂ ਪਹਿਲਾਂ ਵੀ ਬੱਚਿਆਂ ਨੇ ਪ੍ਰੋਟੈਸਟ ਕੀਤਾ। ਚੰਡੀਗੜ੍ਹ ਵੀ ਪ੍ਰੋਟੈਸਟ ਹੋਇਆ, ਉਹ ਵੀ ਔਨ ਰਿਕਾਰਡ ਹੈਗਾ ਸਾਰਾ। ਤੇ ਉਸ ਤੋਂ ਬਾਅਦ ਜਦੋਂ ਬੱਚਿਆਂ 90% ਬੱਚਿਆਂ ਦੀ ਰਿਫਿਊਜ਼ਲ ਆਈ, ਉਦੋਂ ਉਹਨਾਂ ਨੇ ਰਿਫੰਡ ਪਾਇਆ। ਹੁਣ ਅੱਜ ਰਿਫੰਡ ਪਾਏ ਨੂੰ ਵੀ 6-7 ਮਹੀਨੇ ਹੋ ਗਏ ਨੇ, ਪਰ ਬੱਚਿਆਂ ਦਾ ਕਿਸੇ ਦਾ ਰਿਫੰਡ ਨਹੀਂ ਆਇਆ ਕੁਝ ਜੀ। ਸਟੂਡੈਂਟਸ ਇਹੋ ਜਿਹੇ ਵੀ ਸੀ ਜਿਨ੍ਹਾਂ ਨੇ ਕਲਾਸਿਸ ਲਗਾਈਆਂ ਹੋਈਆਂ ਨੇ, ਹਾਂਜੀ। ਉਹਨਾਂ ਦਾ ਕੀ ਬਣਿਆ? ਜਿਸ ਟਾਈਮ ਅੰਬੈਸੀ ਦੇ ਵਿੱਚ ਫਾਈਲ ਬੱਚਿਆਂ ਦੀ ਗਈ ਸੀਗੀ, ਕਰੋਨਾ ਕਰਕੇ ਉਹਨਾਂ ਨੇ ਸਟੂਡੈਂਟਸ ਨੂੰ AIP ਅਪਰੂਵਲ ਇਨ ਪ੍ਰਿੰਸੀਪਲ ਦਿੱਤੀਆਂ ਸੀਗੀਆਂ ਵੀ ਤੁਸੀਂ ਆਨਲਾਈਨ ਕਲਾਸਾਂ ਲਗਾ ਸਕਦੇ ਹੋ, ਤੁਹਾਡੀ ਫਾਈਲ ਸਾਡੇ ਸਟੱਡੀ ਵਾਸਤੇ ਐਲੀਜੀਬਲ ਹੈਗੀ ਆ। ਤੇ ਉਸ ਤੋਂ ਬਾਅਦ ਬੱਚਿਆਂ ਨੇ ਰਿਫੰਡ ਪਾਲਿਸੀ ਜਦੋਂ ਮੰਗਵਾਈ, ਰਿਫੰਡ ਪਾਲਿਸੀ ਫੇਵਰ 'ਚ ਹੋਣ ਕਰਕੇ ਬਹੁਤ ਸਾਰੇ ਬੱਚਿਆਂ ਨੇ ਆਨਲਾਈਨ ਕਲਾਸਿਸ ਲਗਾਈਆਂ। ਕਿਸੇ ਨੇ 1 ਸਾਲ ਸਟੱਡੀ ਕੀਤੀ, ਕਿਸੇ ਨੇ 3 ਸਮੈਸਟਰ ਸਟੱਡੀ ਕੀਤੀ, ਕਿਸੇ ਦੀ ਸਟੱਡੀ ਕੰਪਲੀਟ ਹੋਣ ਵਾਲੀ ਸੀ, ਕੁਝ ਮਹੀਨੇ ਰਹਿ ਗਏ ਸੀਗੇ। ਨਾ ਉਹ ਬੱਚਿਆਂ ਨੂੰ ਸਰਟੀਫਿਕੇਟ ਮਿਲਿਆ ਤੇ ਨਾ ਹੀ ਵੀਜ਼ਾ ਮਿਲਿਆ ਤੇ ਨਾ ਹੀ ਰਿਫੰਡ ਮਿਲ ਰਿਹਾ। ਇੱਕ ਗੱਲ ਪੁੱਛਣਾ ਚਾਹੂੰਗੀ ਕਿ ਸਕੈਮ ਹੋਇਆ, 3 ਯੂਨੀਵਰਸਿਟੀ ਇੱਕਦਮ ਫਰੋਡ ਕਰ ਰਹੀ ਹੈ। ਸਟੂਡੈਂਟਸ ਨੇ ਪਹਿਲਾਂ ਅਪਲਾਈ ਕਰਨ ਤੋਂ ਪਹਿਲਾਂ ਸੋਚਿਆ ਨਹੀਂ, ਉਹਨਾਂ ਦੀ ਇਨਫੋਰਮੇਸ਼ਨ ਨਹੀਂ ਕੱਢੀ ਕਾਲਜਿਸ ਦੀ? ਨਹੀਂ, ਬੱਚਿਆਂ ਨੇ ਸਾਰਿਆਂ ਨੇ ਸੋਚਿਆ ਜੀ। ਇਹਦੇ ਵਿੱਚ ਜਿਹੜੇ ਬੱਚਿਆਂ ਨੂੰ ਆਫਰ ਲੈਟਰਸ ਦਵਾਈਆਂ ਸੀਗੀਆਂ, ਬਹੁਤ ਨਾਮੀ ਤੇ ਸਰਕਾਰ ਵੱਲੋਂ ਰਜਿਸਟਰਡ ਏਜੰਟ ਹੈਗੇ ਨੇ, IDP ਕੈਨਮ ਵਗੈਰਾ ਜੋ ਵੱਡੇ ਏਜੰਟ ਹੈਗੇ ਨੇ, ਉਹਨਾਂ ਦੇ ਥਰੂ ਬੱਚਿਆਂ ਨੇ ਦਾਖਲਾ ਲਿਆ ਸੀਗਾ। ਤੇ ਉਹਨਾਂ ਨੇ ਸਭ ਕੁਝ ਦੱਸਿਆ। ਉਸ ਟਾਈਮ ਬੱਚਿਆਂ ਨੂੰ ਸਾਰਿਆਂ ਨੂੰ ਕਿਹਾ ਗਿਆ ਬਹੁਤ ਵਧੀਆ ਡਾਊਨਟਾਊਨ ਲੋਕੇਸ਼ਨ ਦੇ ਵਿੱਚ ਕਾਲਜ ਹੈਗਾ, ਕਾਲਜ ਦੇ ਨਾਲ ਹੀ ਗੁਰਦੁਆਰਾ ਸਾਹਿਬ ਹੈਗਾ। ਇਦਾਂ ਦੀਆਂ ਯਾਨੀ ਗੱਲਾਂ ਕਹਿ ਕੇ ਭਰਮਾ ਕੇ ਸਟੂਡੈਂਟਸ ਨੂੰ ਪਾਗਲ ਬਣਾਇਆ ਗਿਆ। ਤੇ ਇਹ ਵੀ ਕਿਹਾ ਗਿਆ ਸੀ ਕਾਲਜ ਲੈਪਟਾਪ ਦਊਗਾ, ਕਾਲਜ ਦੇ ਵਿੱਚ ਤੁਹਾਨੂੰ ਬਹੁਤ ਸਾਰੀਆਂ ਫੈਸਿਲਿਟੀਆਂ ਦੱਸ ਕੇ ਵੀ ਕਾਲਜ ਦੇ ਕੀ ਫਾਇਦੇ ਗਿਣਾ ਕੇ ਤੇ ਬੱਚਿਆਂ ਨੂੰ ਐਡਮਿਸ਼ਨ ਦਵਾਈ ਗਈ ਉੱਥੇ। ਜੀ, ਮੈਂ ਫਿਰ ਤੁਹਾਡੇ ਤੋਂ ਪੁੱਛਣਾ ਚਾਹੂੰਗੀ ਕਿ ਇਸ ਸਮੇਂ ਤੁਹਾਡੇ ਨਾਲ ਦੇ ਜਿਹੜੇ ਸਾਥੀ ਨੇ, ਉਹਨਾਂ ਦੀ ਕੀ ਕੰਡੀਸ਼ਨ ਹੈ? ਦੇਖੋ ਜੀ, ਕੰਡੀਸ਼ਨ ਸਾਰੇ ਮਾਨਸਿਕ ਹੀ ਜੇ ਆਪਾਂ ਲਾ ਕੇ ਚੱਲੀਏ ਤਾਂ ਬਹੁਤ ਜ਼ਿਆਦਾ ਸਟ੍ਰੈਸ 'ਚ ਨਹੀਂ। ਬਹੁਤ ਬੱਚਿਆਂ ਨੇ ਲੋਨ ਲਏ ਹੋਏ ਨੇ ਜੀ ਇੱਥੋਂ ਤੱਕ, ਜਿਨ੍ਹਾਂ ਦਾ ਬਹੁਤ ਜਣਿਆਂ ਨੇ ਜ਼ਮੀਨਾਂ ਗਹਿਣੇ ਕਰੀਆਂ ਹੋਈਆਂ ਨੇ। ਮੈਂ ਵੀ ਉਹਨਾਂ 'ਚ ਇੱਕ ਆਂਗਾ। ਤਾਂ ਦੇਖ ਲਓ ਤੁਸੀਂ ਵੀ ਇੱਕ ਤਾਂ ਇੰਟਰਸਟ ਪੇ ਕਰ ਰਹੇ ਹਾਂ ਅਸੀਂ, ਠੀਕ ਹੈ ਜੀ, ਤੇ ਬਾਕੀ ਜਿਹੜਾ ਸਟ੍ਰੈਸ ਨਾਲ ਜੂਝ ਰਿਹਾ ਉਹ ਡਿਫਰੈਂਟ ਗੱਲ ਆ ਗਈ। ਤੇ ਸਰਕਾਰ ਇਹਦੇ ਬਾਰੇ ਕੁਝ ਨਹੀਂ ਸੋਚ ਰਹੀ ਜੀ। ਸਾਨੂੰ ਤੁਸੀਂ ਕਿਸੇ ਨੂੰ ਅਪੀਲ ਕੀਤੀ ਹੈ, ਕਿਸੇ ਪ੍ਰਸ਼ਾਸਨਿਕ ਅਧਿਕਾਰੀ ਨੂੰ ਇਸ ਬਾਰੇ ਦੱਸਿਆ? ਨਹੀਂ, ਹਾਂਜੀ, ਅਸੀਂ ਇਹਦੀ ਸਟਾਰਟਿੰਗ ਕਰ ਰਹੇ ਹਾਂ ਜੀ। ਅੱਜ ਸਾਡੀ ਪਹਿਲੀ ਮੀਟਿੰਗ ਸੀਗੀ ਤੇ ਇਸ ਤੋਂ ਬਾਅਦ ਹੁਣ ਅਸੀਂ ਬਹੁਤ ਵੱਡਾ ਇਸ ਚੀਜ਼ ਦਾ ਰੂਪ ਦੇਵਾਂਗੇ। ਇਸ ਨੂੰ ਪ੍ਰੋਟੈਸਟ ਦੇ ਵਿੱਚ ਤਬਦੀਲ ਕਰਿਆ ਜਾਊਗਾ ਤਾਂ ਕਿ ਹੋਰ ਲੋਕ ਵੀ ਜਾਗਰੂਕ ਹੋ ਸਕਣ। ਤੇ ਮੇਰੇ ਹਿਸਾਬ ਦੇ ਵਿੱਚ ਤਾਂ ਇਹਨਾਂ ਦੇ ਵਿੱਚ ਸਭ ਤੋਂ ਵੱਡੀ ਗਲਤੀ ਏਜੰਟਾਂ ਦੀ ਹੈਗੀ। ਦੇਖੋ, ਏਜੰਟ ਦਾ ਮੇਨ ਕੰਮ ਕੀ ਹੈਗਾ? ਉਹਨੂੰ ਕਮਿਸ਼ਨ ਕਿਸ ਚੀਜ਼ ਦਾ ਮਿਲਦਾ ਹੈਗਾ? ਉਹਨੂੰ ਇਸ ਚੀਜ਼ ਦਾ ਹੀ ਕਮਿਸ਼ਨ ਮਿਲਦਾ ਹੈਗਾ ਵੀ ਅਸੀਂ ਸਟੂਡੈਂਟ ਨੂੰ ਗਾਈਡ ਕਰਨਾ ਹੈਗਾ, ਠੀਕ ਹੈ ਜੀ। ਏਜੰਟ ਗਾਈਡਰ ਦਾ ਕੰਮ ਕਰ ਰਿਹਾ ਹੈਗਾ। ਤੇ ਜੇ ਏਜੰਟ ਸਾਡੇ ਨਾਲ ਚਲਾਕੀਆਂ ਕਰਨ ਲੱਗੇ ਫਿਰ ਸਾਡਾ ਸਟੂਡੈਂਟਸ ਦਾ ਤਾਂ ਕੋਈ ਵੀ ਭਵਿੱਖ ਵਧੀਆ ਨਹੀਂਗਾ। ਸੋ ਕੁਝ ਮਾਪੇ ਵੀ ਜੁੜੇ ਨੇ ਤੁਹਾਡੇ ਨਾਲ ਬੱਚਿਆਂ ਦੇ? ਹਾਂਜੀ, ਅੱਜ ਮੈਨੂੰ ਕਾਲ ਆਈ ਸੀ ਸਵੇਰੇ। ਮਤਲਬ ਉਹਨਾਂ ਦੀ ਮਦਰ ਰੋ ਰਹੇ ਸੀਗੇ। ਉਹ ਕਹਿੰਦੇ ਵੀ ਇਹਨਾਂ ਦੇ ਫਾਦਰ ਸਾਹਿਬ ਨਹੀਂ ਹੈਗੇ, ਜਿਹੜੇ ਮਤਲਬ ਉਹਨਾਂ ਦੀ ਬੇਟੀ ਆਈ, ਉਹਨਾਂ ਦੇ ਫਾਦਰ ਸਾਹਿਬ ਨਹੀਂ ਹੈਗੇ। ਤੇ ਉਹਨਾਂ ਨੇ ਮੈਨੂੰ ਇਹ ਗੱਲ ਕਹੀ ਵੀ ਅਸੀਂ ਇੰਨਾ ਮਤਲਬ ਸਟਰਗਲ ਕਰਕੇ ਆਪਦੀ ਜ਼ਿੰਦਗੀ ਭਰ ਦੀ ਪੂੰਜੀ ਲਾਤੀ ਆਪਦੇ ਬੱਚਿਆਂ ਤੇ ਵੀ ਉਹ ਚੰਗੇ ਭਵਿੱਖ ਵੱਲ ਜਾਣ, ਪਰ ਉਹ ਛਿੱਟਾ ਕੀ ਨਿਕਲਿਆ? ਬਰਬਾਦੀ। ਇੱਕ ਤਰੀਕੇ ਨਾਲ ਇਹਨੂੰ ਬਰਬਾਦੀ ਮੰਨੀ ਜਾ ਸਕਦੀ ਹੈ ਕਿਉਂਕਿ ਕੋਈ ਅੱਗੇ ਕਨਕਲੂਜਨ ਨਹੀਂ ਆਇਆ ਇਸ ਦਾ। ਸੋ ਮੇਰੀ ਤਾਂ ਇਹੀ ਅਪੀਲ ਆ ਗਈ ਵੀ ਵੱਧ ਤੋਂ ਵੱਧ ਇਹ ਚੀਜ਼ ਤੇ ਫੋਕਸ ਕਰਿਆ ਜਾਵੇ। ਕੈਨੇਡੀਅਨ ਗਵਰਨਮੈਂਟ ਨੂੰ ਦੇਖੋ ਜੀ, ਕੈਨੇਡਾ ਸਾਰਿਆਂ ਨਾਲੋਂ ਵਧੀਆ ਮੰਨਿਆ ਜਾਂਦਾ ਹੈਗਾ ਹਿਊਮਨ ਰਾਈਟਸ ਕਰਕੇ। ਮੋਸਟ ਆਫ ਦਾ ਸਟੂਡੈਂਟ ਉੱਥੇ ਤੁਸੀਂ ਦੇਖ ਲਓ ਕ੍ਰਾਈਮ ਰੇਟ ਬਹੁਤ ਘੱਟ ਹੈਗਾ ਤੇ ਨਾਲ ਦੀ ਨਾਲ ਇਨਸਾਫ ਮਿਲਦਾ ਹੈਗਾ।
ਪਿੱਛੇ ਜੇ ਬਹੁਤ ਆਪਾਂ ਇੰਸੀਡੈਂਟ ਦੇਖੇ ਹੋਣਗੇ ਜਦੋਂ ਬਹੁਤ ਵਾਰਦਾਤਾਂ ਹੋਈਆਂ ਨੇ ਤੇ ਨਾਲ ਦੀ ਨਾਲ ਉਹਨਾਂ ਨੂੰ ਉਹਦਾ ਸੋਲੂਸ਼ਨ ਦਿੱਤਾ ਗਿਆ ਹੈਗਾ। ਮੇਰੀ ਤਾਂ ਇਹੀ ਅਪੀਲ ਆ ਗਈ ਕੈਨੇਡਾ ਸਰਕਾਰ ਤੋਂ ਵੀ ਤੇ ਇੰਡੀਅਨ ਸਰਕਾਰ ਤੋਂ ਵੀ ਤੁਸੀਂ ਸਾਨੂੰ ਇਨਸਾਫ ਦਿਓ, ਅਸੀਂ ਇਨਸਾਫ ਦੀ ਮੰਗ ਕਰਦੇ ਹਾਂ। ਸਟੂਡੈਂਟਸ ਨੂੰ ਕੀ ਅਪੀਲ ਕਰਨਾ ਚਾਹੋਗੇ? ਸਟੂਡੈਂਟ ਨੂੰ ਅਸੀਂ ਇਹੀ ਅਪੀਲ ਕਰਨਾ ਚਾਹਾਂਗੇ, ਦੇਖੋ ਮਸਲਾ ਸਾਰਿਆਂ ਦਾ ਗਾ ਤਾਂ ਸਾਰਿਆਂ ਨੂੰ ਅੱਗੇ ਆਉਣਾ ਚਾਹੀਦਾ ਗਾ, ਪਿੱਛੇ ਡਰ ਕੇ ਨਾ ਰਹਿਣ। ਪਿੱਛੇ ਡਰ ਕੇ ਨਾ ਰਹਿਣ। ਘਰੇ ਬੈਠਣ ਨਾਲ ਕੋਈ ਹੱਲ ਨਹੀਂ ਹੋਣਾ ਹੈਗਾ, ਠੀਕ ਹੈ। ਤੇ ਜਿੰਨਾ ਹੋ ਸਕੇ ਮਾਂ ਪਿਓ ਨੂੰ ਵੀ ਅਪੀਲ ਆ ਵੀ ਆਪਦੇ ਬੱਚਿਆਂ ਦਾ ਸਾਥ ਦਿਓ, ਬੱਚਿਆਂ ਦੇ ਨਾਲ ਆਓ। ਤੇ ਇਹ ਹਿਊਮੈਨਿਟੀ ਦਾ ਮਸਲਾ ਹੋ ਚੁੱਕਿਆ ਹੈਗਾ ਇੱਕ, ਤੇ ਇਹਨੂੰ ਥੋੜੇ ਕੁ ਦਿਨਾਂ ਦੇ ਵਿੱਚ ਸੁਲਝਾਇਆ ਜਾਵੇ। ਤੇ ਬਾਕੀ ਗੱਲ ਆਪਣੇ ਪ੍ਰਧਾਨ ਸਾਹਿਬ। ਹਾਂਜੀ, ਮੈਂ ਕਹਿ ਰਿਹਾ ਕਿ ਇਹ ਜਿਹੜਾ ਸਾਡਾ ਰਿਫੰਡ ਹੈ ਡੇਜ਼ ਦੇ ਅੰਦਰ ਹੋਵੇ। ਸਾਨੂੰ ਬਹੁਤ ਟਾਈਮ ਹੋ ਗਿਆ ਸਾਨੂੰ ਵੇਟ ਕਰਦਿਆਂ ਨੂੰ। ਸਾਡੇ ਮਮ ਡੈਡ ਡਿਪਰੈਸ਼ਨ ਦੇ ਪੇਸ਼ੈਂਟ ਬਣਦੇ ਜਾ ਰਹੇ ਨੇ ਦਿਨ ਤੋਂ ਦਿਨ। ਤੁਹਾਨੂੰ ਪਤਾ ਹੈ ਕਿ ਡਿਪਰੈਸ਼ਨ ਅੱਜ ਦੀ ਘੜੀ ਦੇ ਅੰਦਰ ਬਹੁਤ ਡੇਂਜਰਸ ਬਿਮਾਰੀ ਹੈ, ਇੱਕ ਦੀਮਕ ਦੀ ਤਰ੍ਹਾਂ ਕਿ ਅੰਦਰੋਂ ਬੰਦੇ ਨੂੰ ਖੋਖਲਾ ਕਰ ਦਿੰਦੀ ਹੈ। ਤੇ ਇਸੇ ਚੀਜ਼ ਸਾਡੀ ਇਹ ਜਿਹੜੀ ਏਜ ਹੈ ਤੇ ਇਹ ਸਾਨੂੰ ਕੁਝ ਕਰਨ ਲਈ ਹੋਣੀ ਚਾਹੀਦੀ ਹੈ। ਅਸੀਂ ਪ੍ਰੋਟੈਸਟ ਕਰ ਰਹੇ ਹਾਂ, ਇਹ ਸਾਡੀ ਸਟੂਡੈਂਟ ਲਾਈਫ ਖਤਮ ਹੋ ਗਈ, ਸਾਡੀ ਇੱਕ ਤਰ੍ਹਾਂ ਦਾ ਫੁੱਲ ਸਟਾਪ ਲੱਗ ਗਿਆ ਸਾਡੀ ਲਾਈਫ ਦੇ ਉੱਤੇ ਕਿ ਅਸੀਂ ਅੱਗੇ ਕੁਝ ਕਰ ਨਹੀਂ ਸਕਦੇ। ਤੇ ਅੱਜ ਜਿਹੜਾ ਸਾਡਾ ਪ੍ਰੋਟੈਸਟ ਹੈ ਮੌਂਟਰੀਅਲ ਦੇ ਅੰਦਰ ਵੀ ਆ, ਤੇ ਉਧਰੋਂ ਜਿਹੜੇ ਸਾਨੂੰ ਸਟੂਡੈਂਟ ਯੂਨੀਅਨ ਸਪੋਰਟ ਕਰ ਰਹੀਆਂ ਨੇ ਉਹਨਾਂ ਨੂੰ ਵੀ ਇਹੀ ਹੈ ਕਿ ਸਾਡੀਆਂ ਗੱਲਾਂ ਜ਼ਿਆਦਾ ਤੋਂ ਜ਼ਿਆਦਾ ਮੰਤਰੀਆਂ ਤੱਕ, ਜਿਹੜੀ ਉਹਨਾਂ ਦੇ ਕਿਊਬਿਕ ਗਵਰਨਮੈਂਟ ਤੱਕ ਹੈ, ਉੱਥੇ ਤੱਕ ਪਹੁੰਚਾਈ ਜਾਵੇ। ਸਟੇਟ ਗਵਰਨਮੈਂਟ, ਨੈਸ਼ਨਲ ਗਵਰਨਮੈਂਟ, ਜਿਹੜੀ ਉਹਨਾਂ ਦੀ ਕੈਨੇਡੀਅਨ ਗਵਰਨਮੈਂਟ ਹੈ, ਉਹ ਸਾਡਾ ਸਾਥ ਦੇਣ ਅੱਗੇ ਆ ਗਏ ਤੇ ਅੱਗੇ ਭਾਜੀ ਦੱਸ ਦੇਣਗੇ। ਹਾਂਜੀ, ਬਸ ਸਾਡੇ ਵੱਲੋਂ ਵੀ ਬਸ ਇਹੀ ਅਪੀਲ ਆ ਜੀ ਵੀ ਜਿਹੜੇ ਸਟੂਡੈਂਟਸ ਨੇ ਉਹਨਾਂ ਦਾ ਰਿਫੰਡ ਕੀਤਾ ਜਾਵੇ, ਤੇ ਜਿਹੜੇ ਕੈਨੇਡਾ ਦੇ ਵਿੱਚ ਰਹਿੰਦੇ ਬੱਚੇ ਨੇ ਜੋ ਸਟੱਡੀ ਆਨਲਾਈਨ ਕਰ ਰਹੇ ਨੇ ਜਾਂ ਫਿਰ ਔਨ ਕੈਂਪਸ ਕਰ ਰਹੇ ਨੇ, ਉਹਨਾਂ ਦਾ ਕੋਈ ਨਾ ਕੋਈ ਹੱਲ ਕੱਢਿਆ ਜਾਵੇ। ਸਰ ਜਿਹੜੇ ਉੱਥੋਂ ਦੇ ਸਟੂਡੈਂਟਸ ਨੇ ਉਹਨਾਂ ਦਾ ਕੀ ਬਣਿਆ? ਉਹ ਤਾਂ ਉੱਥੇ ਪਹੁੰਚ ਚੁੱਕੇ ਆ ਕੈਨੇਡਾ ਦੇ ਵਿੱਚ। ਅੱਜ ਉਹਨਾਂ ਨੇ ਕਿਉਂਕਿ ਉੱਥੇ ਰਾਤ ਆ, ਹੁਣ ਸਵੇਰ ਜਦੋਂ ਉੱਧਰਲੀ ਸਵੇਰ ਹੋਣੀ ਹੈ ਤਾਂ ਮੌਂਟਰੀਅਲ ਦੇ ਵਿੱਚ ਬਹੁਤ ਵੱਡਾ ਪ੍ਰੋਟੈਸਟ ਉਹ ਆਰਗੇਨਾਈਜ਼ ਕਰਨ ਜਾ ਰਹੇ ਆ। ਹਫ਼ਤਾ ਪਹਿਲਾਂ ਉਹਨਾਂ ਨੇ ਇੱਕ ਮੀਟਿੰਗ ਕੀਤੀ, ਉਹਨਾਂ ਨੇ ਜਾਗ ਲਾਈ, ਉੱਧਰਲੇ ਸਟੂਡੈਂਟ ਉਹਨਾਂ ਨੇ ਇਕੱਠੇ ਕੀਤੇ। ਤਾਂ ਕੱਲ੍ਹ ਵਾਲੇ ਪ੍ਰੋਟੈਸਟ ਦੇ ਵਿੱਚ ਜਿਹੜਾ ਉਹ ਕਰਨ ਜਾ ਰਿਹਾ ਉਹਦੇ ਵਿੱਚ ਉੱਥੋਂ ਦੇ ਜਿਹੜੇ ਕੁਝ ਕੈਂਪਸ ਹੈ ਜਿਵੇਂ ਜਗਮੀਤ ਸਿੰਘ ਹੋਰੀ ਆ, ਹੋਰ ਹੈਗੇ ਆ, ਉਹਨਾਂ ਨਾਲ ਵੀ ਸਟੂਡੈਂਟਸ ਦੀ ਗੱਲ ਹੋਈ ਆ, ਉਹ ਵੀ ਓਵਰ ਪ੍ਰੋਟੈਸਟ ਦੇ ਵਿੱਚ ਸ਼ਾਮਲ ਹੋਣ ਜਾ ਰਹੇ ਹੈਗੇ। ਕਿੰਨਾ ਕੋਈ ਇਕੱਠ ਕਰ ਲੈਣਗੇ ਉੱਥੇ? ਕੱਟ ਉਹਨਾਂ ਦਾ ਹੈਗਾ 1500 ਵਿਦਿਆਰਥੀਆਂ ਦਾ ਇਸ਼ੂ ਹੈਗਾ, ਮਤਲਬ 700-800 ਦੀ ਗਿਣਤੀ 'ਚ ਵਿਦਿਆਰਥੀ ਮਤਲਬ ਵੀ ਆਰਗੇਨਾਈਜ਼ ਜਿਹੜੇ ਕੈਨੇਡਾ ਦੇ ਵਿੱਚ ਜਿਹੜੇ ਰੈਜ਼ੀਡੈਂਟਸ ਨੇ ਉੱਥੋਂ ਦੇ, ਉਹ ਵੀ ਉਹਨਾਂ ਦੀ ਕੁਝ ਕੁ ਆਰਗੇਨਾਈਜੇਸ਼ਨਾਂ ਜਿਹੜੀਆਂ ਉੱਧਰਲੀਆਂ ਬਣੀਆਂ ਹੋਈਆਂ, ਜਿਵੇਂ ਇੱਕ ਯੂਥ ਨੈਟਵਰਕ ਨਾਮ ਦੀ ਆਰਗੇਨਾਈਜੇਸ਼ਨ ਬਣੀ ਹੋਈ ਹੈ, ਉਹ ਵੀ ਉਹਨਾਂ ਦੀ ਸਪੋਰਟ 'ਚ ਆ ਗਈ ਹੈ। ਬਾਕੀ ਵੀ ਜਿਹੜੇ ਇੱਧਰੋਂ ਪੰਜਾਬੀ ਉੱਧਰ ਰਹਿੰਦੇ ਆ, ਉਹਨਾਂ ਨੇ ਪੰਜਾਬੀਆਂ ਨੇ ਵੀ ਉਹਨਾਂ ਦੀ ਸਪੋਰਟ ਕੀਤੀ ਹੈ ਤੇ ਉਹਨਾਂ ਨੇ ਐਲਾਨ ਕੀਤਾ ਕਿ ਅਸੀਂ ਤੁਹਾਡੇ ਪ੍ਰੋਟੈਸਟ ਦੇ ਵਿੱਚ ਸ਼ਾਮਲ ਹੋਵਾਂਗੇ। ਮਤਲਬ ਪੂਰਾ ਸਮੁੱਚਾ ਪੰਜਾਬੀ ਭਾਈਚਾਰਾ ਹੀ ਸੜਕਾਂ ਤੇ ਹੈ। ਜਿਹੜਾ ਪੰਜਾਬ ਦੇ ਸਟੂਡੈਂਟਸ ਗਏ ਜਾਂ ਹੋਰ ਆਪਣੇ ਇੰਡੀਆ ਦੇ ਸਟੂਡੈਂਟਸ ਗਏ, ਉਸ ਤੋਂ ਇਲਾਵਾ ਵੀ ਕੋਈ ਸਟੂਡੈਂਟਸ ਹੋਰ ਹੈਗੇ ਨੇ ਇੰਡੀਆ ਤੋਂ ਇਲਾਵਾ ਵੀ? ਬਿਲਕੁਲ, ਕੁਝ ਕੁ ਹੋਰ ਸਟੂਡੈਂਟ ਵੀ। ਇਸ ਤਰ੍ਹਾਂ ਦਾ ਕੋਈ ਸਪੈਸੀਫਿਕ ਕੇਸ ਤਾਂ ਨਹੀਂ ਸਾਡੇ ਧਿਆਨ 'ਚ ਆਏਗਾ, ਪਰ ਆਪਾਂ ਮੋਸਟਲੀ ਹਿੰਦੁਸਤਾਨ ਦੀ ਜੇ ਗੱਲ ਕਰੀਏ ਤਾਂ ਪੰਜਾਬ ਤੀਜੇ ਨੰਬਰ ਤੇ ਆ। ਜਿਹੜਾ ਯੂਥ ਬਾਹਰ ਜਾਂਦਾ ਨਾ, ਆਂਧਰਾ ਤੇ ਇੱਕ ਹੋਰ ਸਟੇਟ ਆ, ਉਹ ਤੋਂ ਬਾਅਦ ਮਹਾਰਾਸ਼ਟਰ ਆ, ਤੀਜੇ ਨੰਬਰ ਤੇ ਪੰਜਾਬ ਆ। ਮਤਲਬ ਵੀ 2 ਲੱਖ ਤੋਂ ਉੱਪਰ ਦੀ ਗਿਣਤੀ ਹੈ ਜਿਹੜੀ ਪਿਛਲੇ 2-4 ਸਾਲਾਂ 'ਚ ਬਾਹਰਲੇ ਮੁਲਕਾਂ ਨੂੰ ਜਾ ਚੁੱਕੀ ਹੈ। ਠੀਕ ਹੈ, ਹੋਰ ਵੀ ਮਤਲਬ ਵੀ ਦੇਸ਼ਾਂ ਦੇ ਵਿਦਿਆਰਥੀ ਹੈਗੇ ਆ ਜਿਹੜੇ ਇੰਟਰਨੈਸ਼ਨਲ ਵਿਦਿਆਰਥੀ ਜਿਨ੍ਹਾਂ ਨੂੰ ਕਹਿੰਦੇ ਆ, ਉਹਨਾਂ ਦਾ ਵੀ ਇਸ਼ੂ ਹੈਗਾ। ਪਰ ਬੇਸਿਕਲੀ ਇਸ਼ੂ ਸਾਡੇ ਪੰਜਾਬ ਦਾ, ਕਿਉਂਕਿ ਇੱਥੇ ਬਹੁਤ ਵੱਡਾ ਸੰਕਟ ਇੱਕ ਰੁਜ਼ਗਾਰ ਦਾ ਖੜਾ। ਇਹ ਕੋਈ ਪੜ੍ਹਨ ਵਾਸਤੇ ਨਹੀਂ ਜਾ ਰਹੇ, ਟੂ ਬੀ ਵੈਰੀ ਫਰੈਂਕ। ਇਹ ਏਜੰਟਾਂ ਨੂੰ ਵੀ ਪਤਾ ਹੁੰਦਾ, ਇਹ ਉੱਧਰ ਦੇ ਕਾਲਜ ਨੂੰ ਵੀ ਪਤਾ। ਜੇ ਇਹਨਾਂ ਵਿਦਿਆਰਥੀਆਂ ਨੇ ਪੜ੍ਹਾਈ ਹਾਸਲ ਕਰਨੀ ਹੁੰਦੀ ਤਾਂ ਆਪਾਂ ਯੂਨੀਵਰਸਿਟੀ 'ਚ ਖੜ੍ਹੇ ਇਹਨਾਂ ਨੇ ਇੱਥੇ ਹੋਣਾ ਸੀਗਾ, ਇਹਨਾਂ ਨੇ ਕਾਲਜਾਂ 'ਚ ਪੜ੍ਹਾਈ ਲੈਣੀ ਸੀ ਆਪਦੀ। ਪਰ ਇੱਕ ਪੜ੍ਹਾਈ ਦਾ ਬਹਾਨਾ, ਮੁੱਦਾ ਕੀ ਆ? ਰੁਜ਼ਗਾਰ ਦਾ। ਆਪਦਾ ਘਰ ਦਾ ਕੋਈ ਚੰਗਾ ਰੁਜ਼ਗਾਰ ਚਲਾਉਣ ਵਾਸਤੇ ਹੀ ਵਿਚਾਰੇ ਬਾਹਰ ਨੂੰ ਜਾ ਰਹੇ ਆ, ਹੋਰ ਕੋਈ ਇਸ਼ੂ ਨਹੀਂ ਗਾ ਜੀ। ਜਿਵੇਂ ਕਿ ਤੁਸੀਂ ਸੁਣਿਆ, ਵਿਦਿਆਰਥੀਆਂ ਨੇ ਤੇ ਸਹਿਯੋਗੀ ਜਥੇਬੰਦੀਆਂ ਨਾਲ ਮਿਲ ਕੇ ਜਿਹੜੇ ਵਿਦਿਆਰਥੀਆਂ ਨੇ ਅੱਜ ਪਹਿਲਾ ਕਦਮ ਚੁੱਕ ਲਿਆ ਤੇ ਆਗਾਜ਼ ਕਰ ਦਿੱਤਾ ਇੱਕ ਜੰਗ ਦਾ ਕਿ ਉਹਨਾਂ ਨੂੰ ਇਨਸਾਫ ਚਾਹੀਦਾ ਹੈ। ਤੇ ਬਾਹਰ ਜਿਹੜੇ ਕੈਨੇਡਾ ਦੇ ਵਿੱਚ ਫਸੇ ਵਿਦਿਆਰਥੀ ਆ, ਉਹਨਾਂ ਨੇ ਵੀ ਚੜ੍ਹਦੀ ਸਵੇਰ ਨੂੰ ਇੱਕ ਜੰਗ ਦਾ ਐਲਾਨ ਕਰ ਦੇਣਾ ਤੇ ਇਨਸਾਫ ਦੀ ਮੰਗ ਜਿਹੜੀ ਹੈ ਕਰਨੀ ਸ਼ੁਰੂ ਕਰ ਦਿੱਤੀ ਜਾਵੇਗੀ। ਤੇ ਇਸੇ ਤਰ੍ਹਾਂ ਮੈਨੂੰ ਦੇ ਇਜਾਜ਼ਤ, ਕੈਮਰਾਮੈਨ ਮੋਹਨ ਦੇ ਨਾਲ ਮੈਂ ਸਿਮਰਨ। ਸਤਿ ਸ਼੍ਰੀ ਅਕਾਲ।